अपना शौक पूरा करदा। ਉਹਨੂੰ ਫਿਰ ਜਦੋਂ ਬੱਦਲ ਚੜ ਕੇ ਆਉਂਦਾ ਬੜਾ ਖੁਸ਼ ਹੋ ਜਾਂਦਾ। ਕਹਿੰਦਾ ਜੀ ਚਲੋ ਜੀ ਮਾਲ ਮੱਤਾ ਤਿਆਰ ਕਰਨਾ ਕਰੋ, ਕੁਛ ਆਪਾਂ ਮਸਾਲੇਦਾਰ ਛਕਣਾ ਕਰੀਏ, ਪਕੌੜੇ ਆਦਿਕ ਜਾਂ ਆਰ ਤੰਦੂਰ ਆਦਿਕ। ਫਿਰ ਕਹਿੰਦਾ ਇਹਦੇ ਨਾਲ ਰੱਜ ਨਹੀਂ ਆਉਣਾ ਤੇ ਚਲੋ ਬੋਤਲ ਵੀ ਖੋਲ ਕਰਕੇ ਸ਼ਰਾਬ ਦਾ ਵੀ ਸੇਵਨ ਕਰੀਏ। ਇਸ ਤਰ੍ਹਾਂ ਹੀ ਪਿਆਰਿਓ ਚੌਧਰੀ ਨੇ ਜਦੋਂ ਵੇਖਿਆ ਹਲਕੀ ਜੀ ਬੂੰਦਾਬਾਂਦੀ ਹੋ ਰਹੀ, ਮਹਾਰਾਜ ਜੀ ਦਾ ਬਚਨ ਇਹਨੇ ਵਿਸਾਰ ਦਿੱਤਾ। ਇਹਦੀ ਪ੍ਰਤੀਤੀ ਢਿੱਲੀ ਪੈ ਗਈ ਤੇ ਚੁਬਾਰੇ ਤੇ ਚੜ ਕਰਕੇ ਪਹਿਲੇ ਤਾਂ ਨੁਕਲ ਜਿਹੜਾ ਹੈ ਮਾਲ ਮਤਾ ਛਕਣ ਛਕਾਉਣ ਦਾ ਕਰਾਰਾ ਜਿਹੜਾ ਹੈ ਛਕਣ ਦਾ ਸਮਾਨ ਮੰਗਾਇਆ, ਉਹਨੂੰ ਛਕਿਆ। ਨਾਲ ਸ਼ਰਾਬ ਵੀ ਇਹਨੇ ਪੀਤੀ ਤੇ ਜਦੋਂ ਸ਼ਰਾਬ ਦਾ ਨਸ਼ਾ ਚੜ ਗਿਆ, ਸਿਰ ਤੇ ਚੜ ਕੇ ਬੋਲ ਰਿਹਾ ਸੀ ਨਸ਼ਾ, ਤੇ ਫਿਰ ਬੋਤਲ ਹੱਥ ਵਿੱਚ ਲੈ ਕਰਕੇ ਮਹਾਰਾਜ ਜੀ ਬੈਠੇ ਹੋਏ ਸਨ ਗੁਰੂ ਘਰ ਦੇ ਵਿੱਚ। ਮਹਾਰਾਜ ਜੀ ਨੂੰ ਬੋਤਲ ਦਿਖਾਉਂਦਾ ਤੇ ਕਹਿੰਦਾ ਤਪਾ ਜੀ ਆ ਲਓ ਜੀ ਮੈਨੇ ਸ਼ਰਾਬ ਛਕੀ ਹੈ, ਜੋ ਕਰਨਾ ਕਰ ਲਿਓ। ਜਦੋਂ ਮਹਾਰਾਜ ਜੀ ਨੂੰ ਇਹ ਬਚਨ ਕੀਤਾ, ਸਤਿਗੁਰੂ ਮਹਾਰਾਜ ਨੇ ਵੀ ਕਿਹਾ ਕਿ ਮੂਰਖਾ, ਅਸਾਂ ਨੇ ਤੈਨੂੰ ਬਚਨ ਕੀਤਾ ਤੇ ਸੀ ਕਿ ਭਾਈ ਸ਼ਰਤ ਦੋਵੇਂ ਤਰਫਾਂ ਦੀ ਹੁੰਦੀ ਹੈ। ਤੂੰ ਆਪਣਾ ਬਚਨ ਜਿਹੜਾ ਵਿਸਾਰ ਦਿੱਤਾ, ਤੂੰ ਮੁਕਰ ਗਿਆ, ਤੂੰ ਬਚਨਾਂ ਤੋਂ ਖਾਲੀ ਹੋ ਗਿਆ ਤੇ ਹੁਣ ਸਾਡੀ ਕੋਈ ਗਰੰਟੀ ਨਹੀਂ ਹੈ। ਸਾਡੇ ਬਚਨਾਂ ਕਰਕੇ ਆ ਮਿਰਗੀ ਜਿਹੜੀ ਹੈ ਇਹ ਰੁਕੀ ਹੋਈ ਸੀ, ਹੁਣ ਤੂਨੇ ਸਾਡਾ ਬਚਨ ਮੋੜ ਦਿੱਤਾ ਤੇ ਅਸਾਂ ਨੇ ਵੀ ਤੇਰਾ ਬਚਨ ਨਹੀਂ ਰੱਖਣਾ। ਤੂਨੇ ਸ਼ਰਾਬ ਛਕ ਲਈ ਤੇ ਅਸਾਂ ਨੇ ਮਿਰਗੀ ਨੂੰ ਵੀ ਛੱਡ ਦਿੱਤਾ ਤੇ ਆਪਣੇ ਆਪ ਨੂੰ ਸੰਭਾਲ ਲੈਣਾ ਕਰ। ਇਹ ਵੀ ਮਹਾਰਾਜ ਜੀ ਨੇ ਉਹਨੂੰ ਜਦੋਂ ਹਿਦਾਇਤ ਕੀਤੀ ਹੈ, ਉਹਨੂੰ ਸੁਚੇਤ ਕਰਨਾ ਕੀਤਾ ਕਿ ਭਾਈ ਤੂੰ ਬਚ ਜਾ, ਕਦੇ ਵੀ ਤੈਨੂੰ ਦੌਰਾ ਪੈ ਸਕਦਾ। ਕਹਿਣ ਲੱਗਾ ਕੋਈ ਗੱਲ ਨਹੀਂ ਹੈ ਮਹਾਰਾਜ, ਮੈਂ ਮਿਰਗੀ ਆਦਿਕ ਤੋਂ ਨਹੀਂ ਡਰਦਾ। ਬਸ ਪਿਆਰਿਓ ਇਹ ਬਚਨ ਕੀਤਾ, ਉਸੇ ਵੇਲੇ ਇਹਨੂੰ ਮਿਰਗੀ ਦਾ ਦੌਰਾ ਪੈ ਗਿਆ। ਸਰ ਪਰਨੇ ਭਾਰ ਥੱਲੇ ਗਿਰ ਕੇ ਇਹਦਾ ਅੰਤ ਹੋ ਗਿਆ, ਪਾਪੀ ਮਰ ਗਿਆ। ਇਹ ਕਥਾ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਕੀਤਾ ਸੀ। ਆਓ ਪਿਆਰਿਓ ਇਸ ਤੋਂ ਅਗਲੀ ਜੋ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦਿਆਂ, ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਸਤਿਗੁਰ ਸੋ ਉਪਹਾਸ, ਕਰੇ ਗਰਭ ਧਰ ਮੂੜ ਮਤ। ਇੱਥੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਹ ਜੋ ਸਾਖੀ ਆਪ ਜੀ ਨੇ ਜੋ ਸਰਵਣ ਕਰਨਾ ਕੀਤਾ, ਇਹਦਾ ਤਾਤਪਰਯ ਜਿਹੜਾ ਹੈ ਇਹ ਕਵੀ ਰਾਜ ਜੀ ਦੱਸ ਰਹੇ ਹਨ। ਕਿਉਂਕਿ ਆ ਜਿਹੜਾ ਹੈ ਚੌਧਰੀ, ਇਹਨੇ ਸਭ ਤੋਂ ਵੱਡਾ ਪਾਪ ਕੀ ਕੀਤਾ? ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹਨੇ ਉਪਹਾਸ ਕਰਨਾ ਕੀਤਾ, ਇਹਨੇ ਮਸਖਰਾ ਕਰਨਾ ਕੀਤਾ। ਮਹਾਰਾਜ ਜੀ ਦਾ ਇੱਕ ਤਰ੍ਹਾਂ ਦੇ ਨਾਲ ਇਹਨੇ ਮਖੌਲ ਉਡਾਇਆ ਹੈ। ਇਸ ਕਰਕੇ ਕਵੀ ਰਾਜ ਜੀ ਨੇ ਕਿਹਾ ਕਰੇ ਗਰਭ ਧਰ ਮੂੜ ਮਤ। ਮੂੜ ਮਤੀਆ ਜਿਹੜਾ ਹੈ ਮਹਾਰਾਜ ਜੀ ਦੇ ਨਾਲ ਇਹਨੇ ਉਪਹਾਸ ਕਰਨਾ ਕੀਤਾ। ਠੀਕ ਹੈ ਪਿਆਰਿਓ, ਜੇ ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ, ਜੇ ਇਹ ਸ਼ੱਕ ਵੀ ਲੈਂਦਾ ਤੇ ਨਾਲ ਚੁੱਪ ਵੀ ਰਹਿੰਦਾ ਤੇ ਕੋਈ ਗੱਲ ਨਹੀਂ ਹੁੰਦੀ ਸੀ। ਲੇਕਿਨ ਇਹਨੇ ਸ਼ੱਕ ਕਰਕੇ, ਕਿਉਂਕਿ ਸ਼ਰਾਬ ਜਿਹੜੀ ਹੁੰਦੀ ਨਾ ਪਿਆਰਿਓ, ਕਿਉਂਕਿ ਸਿਆਣੇ ਦੱਸਦੇ ਹਨ ਕਈ ਤਰ੍ਹਾਂ ਦਾ ਨਸ਼ਾ ਹੁੰਦਾ ਹੈ, ਜਿਹੜਾ ਵੱਖਰਾ ਵੱਖਰਾ ਹੁੰਦਾ ਹੈ। ਉਹਦਾ ਤੁਸੀਂ ਸੇਵਨ ਕਰੋ, ਉਹਦਾ ਅਸਰ ਜਿਹੜਾ ਵੱਖਰੀ ਤਰ੍ਹਾਂ ਦੇ ਨਾਲ, ਕਈ ਵਾਰੀ ਨਸ਼ਾ ਕਰਕੇ ਬੰਦੇ ਸੌਂ ਜਾਂਦੇ ਹਨ, ਕਈ ਵਾਰੀ ਦਿਮਾਗ ਠੰਡਾ ਹੋ ਜਾਂਦਾ, ਕਈ ਵਾਰੀ ਬੜੇ ਹੱਸਦੇ। ਹਰ ਨਸ਼ੇ ਦੀ ਪਿਆਰਿਓ ਆਪਣੀ ਤਾਸੀਰ ਹੁੰਦੀ ਹੈ। ਲੇਕਿਨ ਸ਼ਰਾਬ ਦਾ ਜਿਹੜਾ ਨਸ਼ਾ ਹੁੰਦਾ ਨਾ, ਸਿਆਣੇ ਕਹਿੰਦੇ ਕਿ ਭਾਈ ਇਹ ਸਭ ਤੋਂ ਭੈੜਾ ਹੁੰਦਾ ਹੈ, ਕਿਉਂਕਿ ਇਹ ਸਿੱਧਾ ਬੰਦੇ ਦੀ ਮਤ ਨੂੰ ਮਾਰਦਾ ਹੈ। ਮਹਾਰਾਜ ਜੀ ਨੇ ਕਿਹਾ ਨਾ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਜਿਸ ਨੂੰ ਪੀਣ ਕਰਕੇ ਪਿਆਰਿਓ ਬੰਦੇ ਦੀ ਮਤ ਮਾਰੀ ਜਾਂਦੀ ਹੈ, ਮਤ ਦੂਰ ਹੋਏ
ਤੇ ਬਰਲ ਪਵੈ ਵਿੱਚ ਆਏ, ਤੇ ਮੂੰਹ ਦੇ ਵਿੱਚ ਆ ਕਰਕੇ ਬਰਲ ਪੈ ਜਾਂਦਾ। ਉਹ ਫਿਰ ਐਵੇਂ ਵਿਅਰਥ ਦੇ ਵਿੱਚ ਗੱਲਾਂ ਬਾਤਾਂ ਕਰਦਾ। ਕੋਈ ਵੀ ਗੱਲ ਜਿਹੜੀ ਆ ਅੱਜ ਤੋਂ 20-25 ਸਾਲ ਪੁਰਾਣੀ ਗੱਲ ਉਹ ਕੱਢ ਕਰਕੇ ਬਹਿਸਬਾਜ਼ੀ ਕਰਨਾ, ਝਗੜਾ ਕਰਨਾ ਹੈ, ਕਿਉਂਕਿ ਸ਼ਰਾਬ ਦਾ ਨਸ਼ਾ ਬੰਦੇ ਦੀ ਮੱਤ ਨੂੰ ਮਾਰ ਦਿੰਦਾ ਤੇ ਉਹਦਾ ਆਪਣੀ ਬਾਣੀ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ। ਫਿਰ ਉਹ ਅਨਰ ਗੱਲ ਜਿਹੜਾ ਕੁਛ ਵੀ ਵਗਦਾ ਰਹਿੰਦਾ। ਇਹਦੀ ਮੱਤ ਮਾਰੀ ਗਈ ਤੇ ਸਤਿਗੁਰੂ ਮਹਾਰਾਜ ਜੀ ਦਾ ਇਹਨੇ ਉਪਹਾਸ ਕੀਤਾ ਸੀ। ਕਿਹਾ ਸੀ ਨਾ ਕਿ ਤਪਾ ਜੀ ਤੁਸਾਂ ਨੇ ਕਿਹਾ ਸੀ ਨਾ ਕਿ ਭਾਈ ਸ਼ਰਾਬ ਨੂੰ ਹੱਥ ਨਾ ਲਾ, ਜੇ ਸ਼ਰਾਬ ਦਾ ਸੇਵਨ ਕਰੇਗਾ ਮਿਰਗੀ ਆ ਜਾਵੇਗੀ, ਅਸੀਂ ਰੋਕ ਨਹੀਂ ਸਕਦੇ। ਤੇ ਬੋਤਲ ਦਿਖਾ ਕੇ ਕਹਿੰਦਾ ਸੀ ਸਤਿਗੁਰੂ ਮਹਾਰਾਜ ਲਓ ਮੈਨੇ ਸ਼ਰਾਬ ਪੀਤੀ ਹੈ, ਹੁਣ ਜੋ ਮਰਜੀ ਕਰਨਾ ਕਰ ਲਿਓ। ਤਤ ਛਿਨ ਹੋਹਿ ਬਿਨਾਸ਼, ਪਰ ਹੈ ਨਰਕ ਮਰ ਕੈ ਅਗਤ। ਤੇ ਸਤਿਗੁਰੂ ਮਹਾਰਾਜ ਜੀ ਦਾ ਇਹਨੇ ਉਪਹਾਸ ਕਰਨਾ ਕੀਤਾ। ਤਤ ਛਿਨ ਪਿਆਰਿਓ ਕੀ ਹੋਇਆ, ਆਪਣੇ ਕੀਤੀ ਦਾ ਇਹਨੂੰ ਫਲ ਭੁਗਤਣਾ ਪਿਆ। ਤਤ ਛਿਨ ਇਹਦਾ ਨਾਸ਼ ਹੋ ਗਿਆ, ਸਿਰ ਪਰਨੇ ਪਹਾੜ ਗਿਰ ਕਰਕੇ ਇਹ ਨਰਕਾਂ ਦਾ ਵਾਸੀ ਬਣ ਗਿਆ, ਅਧੋਗਤੀ ਹੋ ਗਈ ਹੈ ਇਹਦੀ। ਚੌਪਈ ਇੱਕ ਸੇਵਕ ਸੰਗਤ ਕੇ ਮਾਹੇ। ਹੁਣ ਪਿਆਰਿਓ ਇਥੋਂ ਦਵਾ ਪ੍ਰਕਰਨ ਜਿਹੜਾ ਆਰੰਭ ਹੋ ਰਿਹਾ, ਨਵੀਂ ਸਾਖੀ ਹੁਣ ਚੱਲਣ ਵਾਲੀ ਹੈ। ਇੱਕ ਗੁਰੂ ਘਰ ਦੇ ਵਿੱਚ ਸ੍ਰੀ ਖਡੂਰ ਸਾਹਿਬ ਜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਕੋਲ ਸੇਵਕ ਰਹਿੰਦਾ ਸੀ। ਕਹਿਉ ਨਾ ਮਾਨਹਿ ਸੇਵਹਿ ਨਾਹਿ। ਤੇ ਕੋਈ ਆ ਕਰਕੇ ਜਦੋਂ ਉਹਨੂੰ ਦੱਸਦਾ ਕਿ ਭਾਈ ਆ ਤੂੰ ਸੇਵਾ ਕਰਨਾ ਕਰ, ਤੇ ਉਹ ਕਿਹਦਾ ਬਚਨ ਨਹੀਂ ਮੰਨਦਾ। ਕਿਸ ਕੇ ਕਹੇ ਟਹਿਲ ਨਹਿ ਕਰੇ। ਕਿਹਦੇ ਵੀ ਕਹਿਣ ਕਰਕੇ ਕਦੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਟਹਿਲ ਨਹੀਂ ਕਰਦਾ ਸੀ, ਸੇਵਾ ਨਹੀਂ ਕਰਦਾ। ਉਂਝ ਤਾਂ ਪਿਆਰਿਓ ਮਹਾਂਪੁਰਖ ਕਹਿੰਦੇ ਹਨ, ਵਿਸ਼ੇਸ਼ ਕਰਕੇ ਕਾਰ ਸੇਵਾ ਵਾਲੇ ਮਹਾਂਪੁਰਖ ਆਦਿਕ, ਕਿਉਂਕਿ ਕਾਰ ਸੇਵਾ ਦੀ ਜੋ ਜਮਾਤ ਹੈ, ਜੋ ਸੰਪਰਦਾਇ ਹੈ, ਨਾਮ ਹੀ ਪਿਆਰਿਓ ਕਾਰ ਸੇਵਾ। ਤੇ ਕਾਰ ਦਾ ਵੀ ਮਤਲਬ ਕਿ ਟਹਿਲ ਕਰਨਾ ਤੇ ਗੁਰੂ ਘਰ ਦੀਆਂ ਸੇਵਾਵਾਂ ਕਰਨੀਆਂ। ਤੇ ਜਿਹੜਾ ਆ ਜਾਵੇ ਪਿਆਰਿਓ ਕਾਰ ਸੇਵਾ ਦੇ ਵਿੱਚ ਆ ਜਾਵੇ, ਗੁਰੂ ਘਰ ਦੇ ਵਿੱਚ ਸੇਵਾਦਾਰ ਬਣ ਜਾਵੇ ਤੇ ਕਵੇ ਕਿ ਜੀ ਮੈਂ ਸੇਵਾ ਨਹੀਂ ਕਰਨੀ ਹੈ, ਤੇ ਫਿਰ ਉਹਨੂੰ ਪਿਆਰਿਓ ਸੇਵਕ ਥੋੜੀ ਕਹਿ ਸਕਦੇ ਹਾਂ। ਇਸ ਤਰ੍ਹਾਂ ਹੀ ਇਹਨੇ ਕੀ ਕਰਨਾ ਕੀਤਾ, ਸਿੱਖ ਜਿਹੜਾ ਆ ਗਿਆ ਗੁਰੂ ਘਰ ਦੇ ਵਿੱਚ ਹੀ ਰਹਿੰਦਾ। ਤੇ ਉਂਝ ਤਾਂ ਮਹਾਂਪੁਰਖ ਕਹਿੰਦੇ ਕਿ ਭਾਈ ਆਮ ਕੋਈ ਸੰਸਾਰੀ ਜੀਵ ਜਿਹੜੇ ਹਨ ਗੁਰੂ ਕੇ ਸਿੱਖ, ਇਹਨਾਂ ਨੂੰ ਵੀ ਪਿਆਰਿਓ ਗੁਰੂ ਘਰ ਦੇ ਵਿੱਚ ਜਦੋਂ ਵੀ ਆਉਂਦੇ ਆ, ਜਿੰਨਾ ਸਰਦਾ ਬਣਦਾ ਸੇਵਾ ਕਰਨੀ ਚਾਹੀਦੀ ਹੈ, ਤਨ ਕਰਕੇ, ਮਨ ਕਰਕੇ, ਧਨ ਕਰਕੇ। ਲੇਕਿਨ ਠੀਕ ਹੈ ਪਿਆਰਿਓ, ਕਈ ਵਾਰੀ ਕਈ ਸੇਵਾ ਨਹੀਂ ਕਰਦੇ ਹਨ, ਆਪਾਂ ਜ਼ਬਰਦਸਤੀ ਤਾਂ ਨਹੀਂ ਉਹਨਾਂ ਤੋਂ ਸੇਵਾ ਕਰਵਾ ਸਕਦੇ। ਇਹ ਤਾਂ ਨਹੀਂ ਕਹਿ ਸਕਦੇ ਕਿ ਭਾਈ ਤੁਸੀਂ ਸੇਵਾ ਹੀ ਕਰਨਾ ਕਰੋ। ਉਹ ਪਿਆਰਿਓ ਆਮ ਜਿਗਿਆਸੂ ਜਿਹੜੇ ਹਨ, ਸ਼ਰਧਾਲੂ, ਉਹਨਾਂ ਦੀ ਭਾਵਨਾ ਹੈ, ਉਹਨਾਂ ਦੀ ਸ਼ਰਧਾ ਹੈ, ਉਹ ਭਾਵੇਂ ਸੇਵਾ ਕਰਨ ਭਾਵੇਂ ਉਹ ਸੇਵਾ ਨਾ ਕਰਨ। ਲੇਕਿਨ ਜਿਹੜੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਾਦਾਰ ਅਖਵਾਉਂਦੇ ਹਨ, ਜਿਨ੍ਹਾਂ ਦੀ ਡਿਊਟੀ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਨ ਦੀ, ਉਹ ਪਿਆਰਿਓ ਫਿਰ ਆਪਣੇ ਆਪ ਨੂੰ ਸੇਵਾਦਾਰ ਅਖਵਾ ਕਰਕੇ ਜੇ ਗੁਰੂ ਘਰ ਦੇ ਵਿੱਚ ਟਹਿਲ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਤੇ ਇਸ ਤੋਂ ਵੱਡਾ ਪਿਆਰਿਓ ਕੋਈ ਪਾਪ ਨਹੀਂ ਹੈ। ਜਿਸ ਤਰ੍ਹਾਂ ਕਿ ਆਪਣਾ ਰੋਜ਼ੀਨਾ ਜਿਹੜੇ ਗੁਰੂ ਘਰ ਦੇ ਸੇਵਾਦਾਰ ਹਨ, ਇਹ ਵਿੱਚ ਜਦੋਂ ਆਪਾਂ ਉਕਾਈ ਕਰਦੇ ਹਾਂ, ਕਹਿੰਦੇ ਹਾਂ ਜੀ ਨਹੀਂ ਜੀ ਮੈਂ ਨਹੀਂ ਕਰਨੀ ਹੈ, ਮੈਂ ਉਹ ਨਹੀਂ ਕਰਨਾ। ਕਈ ਸੇਵਾਦਾਰ ਆਪਾਂ ਵੇਖਦੇ ਹਾਂ ਤੇ ਉਹਨਾਂ ਨੂੰ ਬਸ ਆਈ ਚਾਹੀਦਾ ਕਿ ਭਾਈ ਮੈਨੂੰ ਮਾਲ ਮੱਤਾ ਮਿਲਦਾ ਰਵੇ, ਮੇਰੀ ਪਗਾਰ ਵੱਧਦੀ ਜਾਵੇ, ਕੰਮ ਮੈਨੇ ਕੁਛ ਨਹੀਂ ਕਰਨਾ, ਸੇਵਾ ਮੈਨੇ ਬਿਲਕੁਲ ਨਹੀਂ ਕਰਨੀ ਹੈ। ਤੇ ਪੂਰਾ ਰੋਬ ਵੀ ਝਾੜਦੇ ਹਨ, ਕੰਮ ਗੁਰੂ ਘਰ ਦੇ ਚ ਕੁਛ ਨਹੀਂ ਕਰਨਾ। ਤੇ ਪਿਆਰਿਓ ਉਹ ਸੇਵਾਦਾਰ ਕਾਹਦਾ ਸੇਵਾਦਾਰ ਹੈ? ਉਹਨਾਂ ਦੀ ਤਾਂ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ, ਜਿਹੜੇ ਗੁਰੂ ਘਰ ਦੇ ਸੇਵਾਦਾਰ ਅਖਵਾਉਂਦੇ, ਤੇ ਉਹਨਾਂ ਨੂੰ ਤਾਂ ਵਿਸ਼ੇਸ਼ ਜਾਦੀ ਕਰਕੇ ਸੇਵਾ ਕਰਨੀ ਚਾਹੀਦੀ। ਚਿਰੰਕਾਲ ਤਿਨ ਅਸ ਬੁੱਧ ਧਰੇ। ਇਹ ਸੇਵਾਦਾਰ ਜਿਹੜਾ ਹੈ ਆਪਣੇ ਆਪ ਨੂੰ ਬਾਹਰ ਪ੍ਰਚਾਰ ਕਰਦਾ ਸੀ ਕਿ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ, ਗੁਰੂ ਘਰ ਦੇ ਵਿੱਚ ਸੇਵਾ ਕਰਦਾ, ਲੇਕਿਨ ਗੁਰੂ ਘਰ ਦੇ ਵਿੱਚ ਕੋਈ ਸੇਵਾ ਇਹ ਨਹੀਂ ਕਰਿਆ ਕਰਦਾ। ਜੋ ਗੁਰ ਕਹੇ ਕਾਜ ਸੋ ਕਰ ਹਾਂ। ਕਈ ਵਾਰੀ ਜਿਹੜੇ ਮੋਹਰੀ ਜਿਹੜੇ ਸਿੱਖ ਹਨ, ਉਹਨਾਂ ਨੇ ਉਹਨੂੰ ਸਮਝਾਇਆ ਕਿ ਸਿੱਖਾਂ ਇੰਜ ਨਾ ਕਰਨਾ ਕਰ ਭਾਈ,
ਆਪਾਂ ਸੇਵਾਦਾਰ ਹਾਂ, ਟਹਿਲੂਏ ਆ। ਟਹਿਲ ਕਰਨਾ ਇਹ ਸਾਡਾ ਫਰਜ਼ ਬਣਦਾ, ਸੇਵਾ ਕਰਨਾ ਤੇ ਸਾਡਾ ਧਰਮ ਹੈ। ਤੇ ਅੱਗੋਂ ਉਹ ਬੋਲ ਦਿੰਦਾ ਸੀ, ਕਹਿ ਦਿੰਦਾ ਕਿ ਭਾਈ ਮੈਂ ਤੁਹਾਡੇ ਆਖੇ ਲੱਗ ਕਰਕੇ ਕਿਉਂ ਸੇਵਾ ਕਰਨਾ ਕਰਾਂ। ਜਦੋਂ ਤੱਕ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਮੈਨੂੰ ਨਹੀਂ ਬੋਲਦੇ, ਉਦੋਂ ਤੱਕ ਮੈਨੇ ਸੇਵਾ ਨਹੀਂ ਕਰਨੀ ਹੈ। ਆਨ ਬਾਕ ਕੋ ਕਾਨ ਨ ਧਰਹੁ। ਕੌਣ ਕਹਿੰਦਾ ਕਿ ਭਾਈ ਮੈਂ ਦੂਜਿਆਂ ਦੀ ਥੋੜਾ ਬਚਨ ਮੰਨਣਾ, ਮੈਂ ਸਤਿਗੁਰੂ ਦਾ ਸਿੱਖ ਹਾਂ, ਮੈਂ ਤੁਹਾਡਾ ਬਚਨ ਨਹੀਂ ਮੰਨਣਾ ਹਾਂ। ਜਦੋਂ ਤੱਕ ਸਤਿਗੁਰੂ ਮਹਾਰਾਜ ਮੈਨੂੰ ਸੇਵਾ ਤੇ ਨਹੀਂ ਲਾਉਣਗੇ, ਉਦੋਂ ਤੱਕ ਮੈਨੇ ਸੇਵਾ ਨਹੀਂ ਕਰਨੀ ਹੈ। ਚਿਰੰਕਾਲ ਬੀਤਿਓ ਤਹਿ ਰਹੇ। ਇਸ ਤਰ੍ਹਾਂ ਹੀ ਪਿਆਰਿਓ ਗੁਰੂ ਘਰ ਦੇ ਵਿੱਚ ਰਹਿੰਦੇ ਆ, ਬਹੁਤ ਲੰਬਾ ਸਮਾਂ ਚਿਰੰਕਾਲ ਜਦੋਂ ਬਤੀਤ ਹੋਇਆ। ਇੱਕ ਦਿਨ ਸ੍ਰੀ ਬੁੱਢੇ ਬਚ ਕਹੇ। ਇੱਕ ਦਿਨ ਦੀ ਗੱਲ ਹੈ, ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਉਸ ਸੇਵਾਦਾਰ ਦੇ ਤਾਈਂ ਬਚਨ ਕੀਤਾ, ਗੁਰ ਸੰਗਤ ਮਹਿ ਭਲੂ ਰਹਾਵਨ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਸਿੱਖਾ ਗੁਰੂ ਕੀ ਸੰਗਤ ਦੇ ਵਿੱਚ ਜਦੋਂ ਆਪਾਂ ਰਹਿੰਦੇ ਹਾਂ, ਭਜਨ ਟਹਿਲ ਕਰ ਕਾਲ ਬਿਤਾਵਨ। ਸਾਡਾ ਤਾਂ ਭਾਈ ਵਿਸ਼ੇਸ਼ ਇਹ ਫਰਜ਼ ਬਣਦਾ ਹੈ, ਸਾਡਾ ਇਹ ਧਰਮ ਬਣਦਾ ਕਿ ਭਜਨ ਕਰਨਾ ਤੇ ਨਾਲ ਗੁਰੂ ਘਰ ਦੇ ਵਿੱਚ ਟਹਿਲ ਕਰਨਾ ਇਹ ਅਤ ਲਾਜ਼ਮੀ ਹੈ, ਅਤ ਜ਼ਰੂਰੀ ਹੈ। ਕਿਉਂਕਿ ਆਪਾਂ ਗੁਰੂ ਘਰ ਦਾ ਪ੍ਰਸ਼ਾਦਾ ਛਕਦੇ ਹਾਂ, ਗੁਰੂ ਘਰ ਦੇ ਟਹਿਲੂਏ, ਗੁਰੂ ਘਰ ਦੇ ਸੇਵਾਦਾਰ ਅਖਵਾਉਂਦੇ ਆ। ਜੇ ਸੇਵਾਦਾਰ ਅਖਵਾ ਕਰਕੇ ਆਪਾਂ ਟਹਿਲ ਨਹੀਂ ਕਰਨੀ ਹੈ, ਸੇਵਾ ਨਹੀਂ ਕਰਨੀ, ਸਿਮਰਨ ਨਹੀਂ ਕਰਨਾ, ਉਹ ਕਾਹਦਾ ਸੇਵਾਦਾਰ ਹੋ ਗਿਆ। ਇਸ ਕਰਕੇ ਪਿਆਰਿਓ ਵਿਸ਼ੇਸ਼ ਕਰਕੇ ਤੇ ਜਥੇਬੰਦੀਆਂ ਦੇ ਵਿੱਚ, ਸੰਪਰਦਾਵਾਂ ਦੇ ਵਿੱਚ ਕੋਈ ਵੀ ਆ ਜਾਵੇ ਉਹਨੂੰ ਫਿਰ ਸੇਵਾ ਵੀ ਲਾਈ ਜਾਂਦੀ ਹੈ ਕਿ ਭਾਈ ਇੰਨਾ ਘੰਟੇ ਸੇਵਾ ਕਰਨੀ ਹੈ, ਤੇ ਫਿਰ ਰੋਜ਼ ਨਾਮ ਦੇ ਵਿੱਚ, ਕਥਾ ਕੀਰਤਨ ਦੇ ਵਿੱਚ ਹਾਜ਼ਰੀ ਜ਼ਰੂਰ ਭਰਨੀ, ਕਿਉਂਕਿ ਇਹ ਉਹਨਾਂ ਦਾ ਫਰਜ਼ ਬਣਦਾ, ਇਹ ਨਿਯਮ ਹੈ। ਬੈਠੇ ਦੇਹ ਕਾਜ ਕਿਸ ਆਏ। ਜੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਬੈਠੇ ਰਹਿਣਾ, ਪ੍ਰਸ਼ਾਦਾ ਛਕੀ ਜਾਣਾ, ਆਪਣੀ ਦੇਹੀ ਨੂੰ, ਕਾਇਆ ਨੂੰ ਵਧਾਈ ਜਾਣਾ, ਇਹਦਾ ਕੋਈ ਲਾਭ ਨਹੀਂ ਹੈ। ਸੁਹੈ ਨ ਕੋਈ ਮ੍ਰਿਤ ਜਬ ਪਾਏ। ਜਦੋਂ ਤੂਨੇ ਮਰ ਜਾਣਾ, ਇੱਕ ਨਾ ਇੱਕ ਦਿਨ ਤਾਂ ਸਾਰਿਆਂ ਨੇ ਕਾਲ ਦੇ ਵਾਸ ਹੋਣਾ ਹੈ। ਜਦੋਂ ਇਹੋ ਜਿਹੇ ਨਿਗੁਰੇ ਬੰਦੇ ਤੇ ਸੇਵਾ ਤੋਂ ਖਾਲੀ ਜਦੋਂ ਹੋ ਕਰਕੇ ਰਹਿ ਜਾਂਦੇ, ਫਿਰ ਕਿਹਨੇ ਹੱਥ ਨਹੀਂ ਲਾਉਣਾ ਹੈ। ਭਾਵ ਕਿ ਸਾਰੇ ਇਹੀ ਕਹਿੰਦੇ ਕਿ ਭਾਈ ਇਹਨੇ ਤਾਂ ਵਿਅਰਥ ਦੇ ਵਿੱਚ ਆਪਣਾ ਸਮਾਂ ਬਤੀਤ ਕੀਤਾ, ਰਹਿੰਦਾ ਗੁਰੂ ਘਰ ਦੇ ਵਿੱਚ, ਛਕਦਾ ਛਕਾਉਂਦਾ ਗੁਰੂ ਘਰ ਦੇ ਵਿੱਚ, ਲੇਕਿਨ ਭੁੱਲ ਕੇ ਇਹਨੇ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਨੀ ਕੀਤੀ। ਕਦੇ ਨਾਮ ਸਿਮਰਨ ਦੇ ਵਿੱਚ, ਕਥਾ ਕੀਰਤਨ ਦੇ ਵਿੱਚ ਇਹਨੇ ਹਾਜ਼ਰੀ ਨਹੀਂ ਭਰਨੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀ ਨਾ, ਇੱਕ ਸ਼ਾਹੂਕਾਰ ਦਾ ਲੜਕਾ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਬੈਠਿਆ ਹੋਇਆ, ਉਹਦੇ ਹੱਥ ਬੜੇ ਕੂਲੇ ਜੇ ਸਨ, ਬੜੇ ਮੁਲਾਇਮ ਜੇ, ਕਿਉਂਕਿ ਜਦੋਂ ਪਿਆਰਿਓ ਹੱਥਾਂ ਦੇ ਨਾਲ ਆਪਾਂ ਮਿਹਨਤ ਮੁਸ਼ੱਕਤ ਕਰਦੇ ਆ, ਫਿਰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਹੈ, ਉਹਦੇ ਹੱਥ ਹੀ ਵੇਖ ਕਰਕੇ ਪਤਾ ਚੱਲ ਜਾਂਦਾ। ਜਿਹੜੇ ਸੇਵਾ ਦਾ ਸੇਵਾਦਾਰ ਹੈ ਐਨ ਗਿੱਠੇ ਜੇ ਬਣ ਜਾਂਦੇ, ਬੜੇ ਉਹਦੇ ਕੂਲੇ ਹੱਥ ਸਨ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਸਿੱਖਾ ਹੱਥ ਤਾਂ ਤੇਰੇ ਬੜੇ ਕੂਲੇ ਹਨ। ਉਹਨੇ ਅੱਗੋਂ ਜਵਾਬ ਦਿੱਤਾ ਕਿ ਆ ਸਤਿਗੁਰੂ ਮਹਾਰਾਜ, ਮੈਂ ਤਾਂ ਬਹੁਤ ਵੱਡਾ ਚੌਧਰੀ ਹਾਂ, ਮੇਰੇ ਕੋਲ ਕੋਈ ਘਾਟਾ ਨਹੀਂ ਹੈ, ਮੈਂ ਕਦੇ ਸਤਿਗੁਰੂ ਮਹਾਰਾਜ ਪਾਣੀ ਵੀ ਪੀਣਾ ਤੇ ਆਪਣੇ ਹੱਥੋਂ ਪਾਣੀ ਲੈ ਕਰਕੇ ਨਹੀਂ ਛਕਦਾ। ਇੰਨੇ ਨੌਕਰ ਚਾਕਰ ਹਨ, ਇਸ਼ਾਰਾ ਕਰ ਦਿੰਦਾ, ਪਾਣੀ ਆ ਜਾਂਦਾ, ਮੈਂ ਛਕ ਲੈਂਦਾ। ਤੇ ਉਹਨੇ ਤਾਂ ਆਪਣਾ ਰੋਬ ਹੀ ਝਾੜਿਆ ਸੀ ਕਿ ਆ ਮਹਾਰਾਜ ਬਹੁਤ ਮਾਇਆ, ਕਦੇ ਕੰਮ ਨਹੀਂ ਕੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਅੱਛਾ ਭਾਈ। ਫਿਰ ਮਹਾਰਾਜ ਜੀ ਨੇ ਚੋਜ ਵਰਤਾਉਣਾ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਾ ਭਈ ਸਾਡੇ ਹਜੂਰੀਏ ਸਿੰਘ ਜਿਹੜੇ ਹਨ ਉਹਨਾਂ ਨੂੰ ਸੱਦ ਕੇ ਲੈ ਕੇ ਆ। ਕੋਈ ਸਿੰਘ ਲਾਗੇ ਨਹੀਂ ਸੀ ਤੇ ਉਹ ਕਹਿਣ ਲੱਗਾ, ਮਹਾਰਾਜ ਸਿੰਘ ਤਾਂ ਨਜ਼ਰ ਨਹੀਂ ਆ ਰਹੇ, ਚਲੋ ਦੱਸੋ ਕੀ ਕੰਮ ਹੈ, ਕੀ ਸੇਵਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਜਲ ਛਕਣਾ ਤੇ ਜਾ ਕਰਕੇ ਸੇਵਾਦਾਰਾਂ ਨੂੰ ਦੱਸੋ ਕਿ ਜਲ ਲੈ ਕੇ ਆਵੇ। ਤੇ ਕਹਿੰਦਾ ਕੋਈ ਗੱਲ ਨਹੀਂ ਆ ਸਤਿਗੁਰੂ ਮਹਾਰਾਜ, ਮੈਂ ਜਾ ਕਰਕੇ ਜਲ ਲਿਆਵਾਂਗਾ। ਆਪ ਇਹ ਜਦੋਂ ਜਲ ਲੈ ਕਰਕੇ ਆਇਆ, ਜਲ ਲਿਆ ਕਰਕੇ ਮਹਾਰਾਜ ਜੀ ਦੇ ਅੱਗੇ ਪੇਸ਼ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਜਲ ਲੈ ਕਰਕੇ ਪਰਾਂ ਸੁੱਟ ਦਿੱਤਾ, ਕਿਹਾ ਕਿ ਭਾਈ ਇਹ ਜਲ ਜਿਹੜਾ ਹੈ ਅਪਵਿੱਤਰ ਹੈ। ਇਹਨੂੰ ਲੱਗਿਆ ਕਿ ਕੋਈ ਗਲਤੀ ਹੋ ਗਈ। ਫਿਰ ਦੁਬਾਰਾ ਗਿਆ, ਚੰਗੀ ਤਰ੍ਹਾਂ ਉਹਨੂੰ ਮਾਂਜਣਾ ਕੀਤਾ, ਮਾਂਜ ਕਰਕੇ ਕੱਪੜ ਛਾਣ ਕਰਕੇ ਜਲ ਲੈ ਕੇ ਆਇਆ।
ਫਿਰ ਮਹਾਰਾਜ ਜੀ ਨੂੰ ਦਿੰਦਾ ਸਤਿਗੁਰੂ ਮਹਾਰਾਜ ਆ ਹੁਣ ਜਲ ਛਕ ਲਿਓ ਮਹਾਰਾਜ, ਇਹ ਪਵਿੱਤਰ ਜਲ ਹੈ। ਮਹਾਰਾਜ ਨੇ ਕਿਹਾ ਕਿ ਭਾਈ ਜਲ ਤਾਂ ਪਵਿੱਤਰ ਹੈ, ਆ ਬਾਟਾ ਵੀ ਪਵਿੱਤਰ ਹੈ, ਲੇਕਿਨ ਤੇਰੇ ਹੱਥ ਜਿਹੜੇ ਅਪਵਿੱਤਰ ਹਨ, ਤੇ ਜਿਹਨੂੰ ਵੀ ਤੇਰੇ ਹੱਥਾਂ ਦਾ ਸਪਰਸ਼ ਪ੍ਰਾਪਤ ਹੋ ਜਾਵੇ ਉਹ ਚੀਜ਼ ਵੀ ਅਪਵਿੱਤਰ ਹੋ ਜਾਵੇਗੀ। ਕਿਉਂਕਿ ਜਿਸ ਹੱਥ ਦੇ ਨਾਲ ਆਪਾਂ ਟਹਿਲ ਨਹੀਂ ਕਰਦੇ ਹਾਂ ਉਹ ਹੱਥ ਅਪਵਿੱਤਰ ਹੋ ਜਾਂਦੇ ਹਨ। ਮਹਾਰਾਜ ਜੀ ਨੇ ਫਿਰ ਉਹਨੂੰ ਸਿੱਖਿਆ ਦਿੱਤੀ ਕਿ ਸੁਨ ਸਿੱਖਾ ਗੁਰਮਤਿ ਕੋ ਸਾਰ, ਸਤ ਸੰਗਤ ਕੀ ਸੇਵ ਉਦਾਰ। ਹਾਥ ਪਵਿੱਤਰ ਟਹਿਲ ਤੇ ਜਾਨਹੁ, ਚਰਨ ਪਵਿੱਤਰ ਗੁਰਦਰਸ ਪਿਆਨਹੁ। ਤੇ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਉ ਮੁਰਦੇ ਕੋ ਦੇਹ ਅਪਾਵਨ, ਸੰਕੁਚਤ ਸਭ ਕੋਈ ਕਰੈ ਨਾ ਸੁਹਾਵਨ। ਤੇ ਬਿਨਾ ਸੇਵ ਸੰਤ ਸੰਗਤ ਕੇਰੀ, ਨਰ ਅਪਾਵਨ ਦੇਹ ਤਿਸ ਕੇਰੀ। ਮਹਾਰਾਜ ਜੀ ਨੇ ਬਚਨ ਕੀਤਾ ਜਦੋਂ ਆਪਾਂ ਹੱਥਾਂ ਦੇ ਨਾਲ ਟਹਿਲ ਕਰਦੇ ਹਾਂ ਉਹਦੇ ਹੱਥ ਪਵਿੱਤਰ ਹੋ ਜਾਂਦੇ ਹਨ। ਜਦੋਂ ਚਰਨਾਂ ਦੇ ਨਾਲ ਆਪਾਂ ਚੱਲ ਕਰਕੇ ਗੁਰੂ ਘਰ ਦੇ ਵਿੱਚ ਆਉਂਦੇ ਆ, ਸ਼ੁਭ ਕਾਰਜਾਂ ਵਾਸਤੇ ਅੱਗੇ ਪੈਰਾਂ ਨੂੰ ਵਧਾਉਂਦੇ ਆ, ਉਹ ਪੈਰ ਨਹੀਂ ਰਹਿੰਦੇ, ਉਹ ਚਰਨ ਬਣ ਜਾਂਦੇ, ਉਹ ਪਵਿੱਤਰ ਹੋ ਜਾਂਦੇ ਹਨ। ਤੇ ਅੱਗੇ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਜਿਸ ਤਰ੍ਹਾਂ ਕਿ ਸਰੀਰ ਜਦੋਂ ਬੰਦਾ ਤਿਆਗ ਕਰ ਦਿੰਦਾ, ਮੁਰਦਾ ਜਿਹੜਾ ਹੈ, ਮੁਰਦਾ ਪਿਆਰਿਓ ਅਪਾਵਨ ਹੋ ਜਾਂਦਾ, ਅਪਵਿੱਤਰ ਹੋ ਜਾਂਦਾ। ਮੁਰਦੇ ਦੇ ਲਾਗੇ ਕੋਈ ਚੀਜ਼ ਵੀ ਰੱਖ ਦਿਓ ਤੇ ਆਪਾਂ ਡਰਦੇ ਆ, ਆਪਾਂ ਫਿਰ ਭੈਭੀਤ ਹੁੰਦੇ ਆ ਕਿ ਭਾਈ ਇਹ ਅਪਾਵਨ ਹੈ ਕਰਕੇ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਕਦੇ ਆਪਣੇ ਸਰੀਰ ਦੇ ਨਾਲ ਸੇਵਾ ਨਹੀਂ ਕਰਨੀ ਕੀਤੀ, ਜਿਸ ਤਰ੍ਹਾਂ ਕਿ ਮੁਰਦੇ ਦੀ ਦੇਹੀ ਅਪਾਵਨ ਅਪਵਿੱਤਰ ਹੁੰਦੀ ਹੈ, ਇਸ ਤਰ੍ਹਾਂ ਹੀ ਉਹਦੀ ਹੀ ਵੀ ਅਪਵਿੱਤਰ ਹੈ। ਸਾਰੇ ਉਸ ਤੋਂ ਪਰਹੇਜ਼ ਕਰਦੇ ਹਨ। ਇੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਪਿਆਰਿਓ ਸਿੱਖ ਨੂੰ ਉਹੀ ਸਿੱਖਿਆ ਦਿੱਤੀ ਕਿ ਭਾਈ ਤੇ ਇੱਕ ਨਾ ਇੱਕ ਦਿਨ ਤਾਂ ਤੂਨੇ ਸਰੀਰ ਨੂੰ ਤਿਆਗ ਦੇਣਾ, ਚੱਲ ਜਾਣਾ। ਕਹਿਣ ਲਗਿਓ ਗੁਰਬਾਕ ਕਹੈ ਜਿਮ। ਇਹਨੇ ਪਿਆਰਿਓ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਇਹਨੇ ਜਵਾਬ ਦੇ ਦਿੱਤਾ ਤੇ ਕਿਹਾ ਕਿ ਬਾਬਾ ਜੀ ਸੇਵਾ ਕਰਨੀ ਹੈ। ਕਹਿਓ ਅਪਰ ਕੋ ਮਾਨੋ ਨਾਹੀ। ਭਾਵੇਂ ਜੋ ਮਰਜੀ ਹੋ ਜਾਵੇ, ਤੁਹਾਡੇ ਵਰਗੇ ਕਈ ਆ ਕਰਕੇ ਮੈਨੂੰ ਕਹਿ ਦੇਣ ਕਿ ਭਾਈ ਸੇਵਾ ਕਰ, ਮੈਂ ਤੁਹਾਡਾ ਬਚਨ ਨਹੀਂ ਮੰਨਣਾ। ਇਹ ਨਿਸ਼ਚੈ ਮੇਰੇ ਮਨ ਮਾਹੀ। ਮੇਰੇ ਮਨ ਦੇ ਵਿੱਚ ਇਹ ਹੀ ਨਿਸ਼ਚਾ ਹੈ ਕਿ ਮੈਂ ਸਤਿਗੁਰੂ ਮਹਾਰਾਜ ਜੀ ਦਾ ਹੀ ਬਚਨ ਮੰਨਣਾ ਹੈ, ਦੂਜੇ ਤੀਜਿਆਂ ਦਾ ਮੈਨੇ ਬਚਨ ਨਹੀਂ ਮੰਨਣਾ। ਬਹੁਰ ਤਿਸੇ ਬੀਤਾ ਚਿਰਕਾ। ਇਸ ਤਰ੍ਹਾਂ ਪਿਆਰਿਓ ਫਿਰ ਕੁਝ ਸਮਾਂ ਜਦੋਂ ਬਤੀਤ ਹੋਇਆ, ਇੱਕ ਦਿਨ ਬੋਲਿਓ ਸ੍ਰੀ ਗੁਰੂ ਨਾਨਕ। ਇੱਕ ਦਿਨ ਕੀ ਹੋਇਆ, ਇਹ ਆਪ ਚੱਲ ਕਰਕੇ ਆਇਆ ਤੇ ਸਤਿਗੁਰੂ ਮਹਾਰਾਜ ਕਦੇ ਆਪ ਜੀ ਨੇ ਮੈਨੂੰ ਸੇਵਾ ਨਹੀਂ ਦੱਸੀ ਹੈ, ਕਿਉਂਕਿ ਪਿਆਰਿਓ ਸੇਵਾ ਦੱਸੀ ਨਹੀਂ ਜਾਂਦੀ ਹੈ, ਸੇਵਾ ਕਰਨੀ ਪੈਂਦੀ ਹੈ। ਹੁਣ ਕਈ ਵਾਰੀ ਕਈ ਇਹ ਵੀ ਕਹਿ ਦਿੰਦੇ ਹਨ, ਜੋ ਸੇਵਕ ਹੁੰਦੇ ਗੁਰੂ ਘਰ ਦੇ, ਉਹ ਕਹਿ ਦਿੰਦੇ ਕਿ ਭਾਈ ਮੈਂ ਤੁਹਾਡੇ ਥੋੜੀ ਆਖੇ ਲੱਗਣਾ, ਮੈਨੂੰ ਜਦੋਂ ਤੱਕ ਵੱਡੇ ਬਾਬਾ ਜੀ ਨਹੀਂ ਕਹਿ ਦੇਣਗੇ, ਉਹ ਬਾਬੇ ਨਹੀਂ ਕਹਿ ਦੇਣਗੇ, ਉਦੋਂ ਤੱਕ ਮੈਨੇ ਸੇਵਾ ਨਹੀਂ ਕਰਨੀ ਹੈ। ਮੈਂ ਤੁਹਾਡਾ ਠੇਕਾ ਥੋੜੀ ਲੈ ਕਰਕੇ ਰੱਖਿਆ, ਜਦੋਂ ਤੱਕ ਸੁਪਰਡੈਂਟ ਨੇ ਮੈਨੂੰ ਆਰਡਰ ਨਹੀਂ ਕਰਨਾ ਮੈਨੇ ਕੰਮ ਨਹੀਂ ਕਰਨਾ। ਨਹੀਂ ਪਿਆਰਿਓ, ਸੇਵਾ ਇਸ ਤਰ੍ਹਾਂ ਨਹੀਂ ਹੁੰਦੀ ਹੈ। ਜਦੋਂ ਵੀ ਜਿੱਥੇ ਵੀ ਸੇਵਾ ਦੀ ਆਪਾਂ ਨੂੰ ਲੱਗਦਾ ਕਿ ਭਾਈ ਇੱਥੇ ਲੋੜ ਹੈ, ਉੱਥੇ ਕਹਿਣ ਦੀ ਲੋੜ ਹੀ ਨਹੀਂ ਬਣਦੀ ਹੈ, ਉੱਥੇ ਤਾਂ ਖੁਦ ਸੇਵਾਦਾਰ ਸੇਵਾ ਦੇ ਵਿੱਚ ਲੱਗ ਜਾਂਦਾ, ਆਪਣੀ ਜ਼ਿੰਮੇਵਾਰੀ ਨੂੰ ਉਹ ਨਿਭਾ ਦਿੰਦਾ ਹੈ। ਹਰ ਚੀਜ਼ ਵਾਸਤੇ ਥੋੜੀ ਕੋਈ ਆ ਕਰਕੇ ਅਧਿਕਾਰੀ ਕਵੇਗਾ, ਕੋਈ ਬਾਬਾ ਜੀ ਨੇ ਆ ਕਰਕੇ ਕਹਿਣਾ। ਤੇ ਇਹਨੇ ਫਿਰ ਮਹਾਰਾਜ ਜੀ ਨੂੰ ਕਹਿ ਦਿੱਤਾ, ਮਹਾਰਾਜ ਕਦੇ ਆਪ ਜੀ ਨੇ ਮੇਰੇ ਤਾਈਂ ਸੇਵਾ ਨਹੀਂ ਬਖਸ਼ੀ ਹੈ। ਕਰਿਓ ਬਾਗ ਤਬ ਬੇਪਰਵਾਹ। ਫਿਰ ਬੇਪਰਵਾਹ ਸਤਿਗੁਰੂ ਮਹਾਰਾਜ ਜੀ ਨੇ ਉਹਦੇ ਤਾਈਂ ਬਚਨ ਕੀਤਾ। ਅਗਨ ਜਰਹੂ ਇਹ ਸੇਵਾ ਆ। ਸਤਿਗੁਰੂ ਮਹਾਰਾਜ ਨੂੰ ਪਤਾ ਸੀ ਨਾ ਕਿ ਇਹ ਸਿੱਖ ਜਿਹੜਾ ਹੈ ਭਾਈ ਗੁਰੂ ਘਰ ਦਾ 2-3 ਟਾਈਮ ਪ੍ਰਸ਼ਾਦਾ ਛਕਦਾ, ਲੰਗਰ ਜਦੋਂ ਖੁੱਲਦਾ ਸਭ ਤੋਂ ਪਹਿਲੇ ਖੀਰ ਦਾ ਬਾਟਾ ਭਰ ਭਰ ਕੇ ਇਹੀ ਗੜਕ ਕਰ ਜਾਂਦਾ, ਲੇਕਿਨ ਕਦੇ ਸੇਵਾ ਨਹੀਂ ਕਰਦਾ। ਤੇ ਨਾਲ ਆ ਕਰਕੇ ਮਹਾਰਾਜ ਜੀ ਨੂੰ ਜਦੋਂ ਅਭਿਮਾਨ ਦੇ ਨਾਲ ਕਿਹਾ, ਮਹਾਰਾਜ ਕੋਈ ਸੇਵਾ ਤਾਂ ਦੱਸੋ। ਮਹਾਰਾਜ ਕਹਿਣ ਲੱਗੇ, ਠੀਕ ਹੈ ਭਾਈ, ਜੇ ਸੇਵਾ ਹੀ ਕਰਨੀ ਹੈ
ਜਾ ਨਗਰ ਦੇ ਬਾਰ-ਬਾਰ ਜਾ ਕਰਕੇ ਅੱਗ ਮਚਾ ਕਰਕੇ ਉਹਦੇ ਵਿੱਚ ਸੜ ਜਾ, ਇਹੀ ਤੈਨੂੰ ਸੇਵਾ ਦੇ ਰਹੇ ਹਾਂ। ਸੁਨ ਤਬ ਗਮਨਿਓ ਬਨ ਕੇ ਮਾਹੀ। ਸੁਣ ਕਰਕੇ ਫਿਰ ਇਹ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਜਿਹੜਾ ਬਨ ਜਿਹੜਾ ਨਗਰ ਦੇ ਬਾਹਰ ਚੱਲ ਗਿਆ। ਲੱਕੜੀ ਕਰੀ ਬਟੋਰਨ ਤਾਂ ਉਥੇ ਇਹਨੇ ਜਾ ਕਰਕੇ ਬਹੁਤ ਸਾਰੀਆਂ ਲੱਕੜੀਆਂ ਜਿਹੜੀਆਂ ਉਹਨੂੰ ਇਕੱਤਰ ਕਰਨਾ ਕੀਤਾ। ਅਗਨ ਪ੍ਰਜੁਲਤ ਹੇਰ ਕਰ ਡਰਿਓ। ਫਿਰ ਕੀ ਕਰਨਾ ਕੀਤਾ, ਅਗਨੀ ਬਾਲ ਕਰਕੇ ਉਹਨੂੰ ਜਦੋਂ ਭਾਂਬੜ ਮਚਾ ਦਿੱਤੀ ਹੈ ਵੇਖ ਕਰਕੇ ਫਿਰ ਡਰ ਗਿਆ, ਕੰਬ ਗਿਆ। ਗੁਰ ਬਚ ਪਰ ਨਹਿ ਟਿਕਬੋ ਕਰਿਓ। ਬਾਰ-ਬਾਰ ਕਹਿੰਦਾ ਸੀ ਨਾ ਕਿ ਭਾਈ ਮਹਾਰਾਜ ਜੀ ਦਾ ਬਚਨ ਮੰਨਣਾ, ਸਤਿਗੁਰੂ ਜੀ ਸੇਵਾ ਦੱਸਣਗੇ ਤਾਂ ਹੀ ਮੈਨੇ ਸੇਵਾ ਕਰਨੀ ਹੈ, ਮੈਂ ਦੂਜਿਆਂ ਦਾ ਬਚਨ ਨਹੀਂ ਮੰਨਣਾ। ਹੁਣ ਮਹਾਰਾਜ ਜੀ ਨੇ ਕਿਹਾ ਤੇ ਪਿਆਰਿਓ ਇਹ ਡਾਵਾਂ ਡੋਲ ਹੋ ਗਿਆ। ਇੱਕ ਤਸਕਰ ਚੋਰੀ ਕੋ ਮਾਰ। ਬਸ ਉਹਨੇ ਕੋ ਸਮੇਂ ਦੇ ਵਿੱਚ ਇੱਕ ਚੋਰ ਜਿਹੜਾ ਹੈ ਕਿ ਇੱਥੇ ਹੱਥ ਸਾਫ਼ ਕਰਕੇ ਚੋਰੀ ਕਰਕੇ ਚੋਰੀ ਦਾ ਮਾਲ ਲੈ ਕਰਕੇ ਜਾ ਰਿਹਾ ਸੀ। ਲਿਏ ਜਾਤ ਆਯੂ ਤਿਸ ਕਾ। ਉਹ ਲੈ ਕਰਕੇ ਜਾ ਰਿਹਾ। ਫਿਰ ਉਸ ਸਮੇਂ ਦੇ ਵਿੱਚ ਜਦੋਂ ਇਹਨੇ ਅੱਗ ਮਚਾਉਣੀ ਕੀਤੀ, ਇਹਨੂੰ ਵੇਖ ਕਰਕੇ ਚੋਰ ਇਹਦੇ ਲਾਗੇ ਆ ਗਿਆ। ਵਿਖ ਅਚਰਜ ਕੋ ਪੂਸ਼ਨ ਕਰਿਓ। ਤੇ ਵੇਖ ਕਰਕੇ ਚੋਰ ਵੀ ਬੜਾ ਦੰਗ ਹੋ ਗਿਆ ਕਿ ਭਾਈ ਇਹ ਬੰਦਾ ਕੀ ਕਰ ਰਿਹਾ। ਇਹਨੇ ਲੱਕੜਾਂ ਨੂੰ ਸਕੇਲਣਾ ਕੀਤਾ, ਅੱਗ ਵੀ ਬਾਲ ਦਿੱਤੀ ਹੈ, ਪਤਾ ਨਹੀਂ ਚੱਲ ਰਿਹਾ ਸੀ। ਤੇ ਚੋਰ ਨੇ ਉਹ ਸਿੱਖ ਨੂੰ ਪੁੱਛਿਆ, ਇਹ ਕਿਆ ਕਰਤ ਯਹਾਂ ਤੈ ਖਰਿਓ। ਤੇ ਪੁੱਛਦਾ ਕਿ ਭਾਈ ਇੱਥੇ ਤੂੰ ਖੜ ਕਰਕੇ ਕੀ ਕਰ ਰਿਹਾ ਹੈ। ਗੁਰ ਕੋ ਬਚ ਮੋਕੋ ਤਿਨ ਕਹਿਓ। ਉਸ ਵੇਲੇ ਉਹਨੇ ਕਿਹਾ ਕਿ ਭਾਈ ਇਹ ਸਤਿਗੁਰੂ ਮਹਾਰਾਜ ਜੀ ਨੇ ਮੈਨੂੰ ਜੋ ਬਚਨ ਦਿੱਤਾ, ਜਰੋਂ ਅਗਨ ਅਬ ਜਾਏ ਨਾ ਦਹਿਓ। ਮਹਾਰਾਜ ਜੀ ਨੇ ਮੈਨੂੰ ਕਿਹਾ ਸੀ ਕਿ ਭਾਈ ਤੇ ਜਾ ਕਰਕੇ ਨਗਰ ਦੇ ਬਾਰ-ਬਾਰ ਅੱਗ ਬਾਲ ਕਰਕੇ ਆਪ ਅੱਗ ਦੇ ਵਿੱਚ ਮੱਚ ਜਾ, ਸੜ ਜਾ। ਇਹ ਮਹਾਰਾਜ ਜੀ ਨੇ ਬਚਨ ਕੀਤਾ। ਉਥੇ ਤਾਂ ਮੈਨੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਸਤ ਬਚਨ ਹੈ, ਤੁਹਾਡਾ ਬਚਨ ਮੈਂ ਖਾਲੀ ਨਹੀਂ ਜਾਣ ਦਵਾਂਗਾ, ਤੁਹਾਡਾ ਬਚਨ ਪੂਰਾ ਕਰਾਂਗਾ। ਲੇਕਿਨ ਹੁਣ ਪਿਆਰਿਆ ਜਦੋਂ ਮੈਂ ਇੱਥੇ ਆਇਆ ਅੱਗ ਵੀ ਬਾਲ ਦਿੱਤੀ, ਲੇਕਿਨ ਮੈਨੂੰ ਅੱਗ ਤੋਂ ਬੜਾ ਡਰ ਲੱਗ ਰਿਹਾ ਹੈ। ਹੁਣ ਮਨ ਪੈ ਭੀਤ ਹੋ ਰਿਹਾ, ਹੁਣ ਮੇਰੇ ਤੋਂ ਜਲਿਆ ਨਹੀਂ ਜਾ ਰਿਹਾ। ਤਿਸ ਕੋ ਗਰਭ ਵਿਨਾਸ਼ਨ ਹੇਤ। ਉਹਦਾ ਗਰਭ ਅਹੰਕਾਰ ਜਿਹੜਾ ਹੈ ਉਹਨੂੰ ਨਾਸ਼ ਕਰਨ ਵਾਸਤੇ। ਬੋਲਿਓ ਤਸਕਰ ਹੋਏ ਸੁਚੇ। ਜਿਹੜਾ ਤਸਕਰ ਜਿਹੜਾ ਚੋਰ ਜਿਹੜਾ ਸੀ ਨਾ, ਉਹਨੇ ਫਿਰ ਉਹ ਸਿੱਖ ਦੇ ਤਾਂ ਹੀ ਬਚਨ ਕੀਤਾ। ਮੈਂ ਕਲਮਲ ਕੀਨੇ ਸਮੁਦਾ। ਕਹਿੰਦਾ ਕਿ ਭਾਈ ਮੈਨੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਪਾਪ ਕਰਨੇ ਕੀਤੇ, ਇਹਾਂ ਜਰੇ ਤੇ ਸਭ ਮਿਟ ਜਾ। ਲੇਕਿਨ ਜੇ ਮੈਂ ਉਹ ਬਚਨਾਂ ਦੀ ਹੁਕਮਾਂ ਦੀ ਅਦੂਲੀ ਹੋ ਜਾਵੇਗੀ, ਇਸ ਕਰਕੇ ਭਾਈ ਤੂੰ ਇੱਕ ਕੰਮ ਕਰਨਾ ਕਰ, ਤੂੰ ਆ ਬਚਨ ਜਿਹੜਾ ਮੈਨੂੰ ਵੇਚ ਦੇਣਾ ਕਰ, ਮੈਂ ਤੇਰੇ ਤੋਂ ਇਹ ਬਚਨ ਖਰੀਦ ਲੈਣਾ ਹੈ। ਮੂੰਹ ਤੇ ਦਰਬ ਸਰਬ ਅਬ ਲੇਵੋ। ਇੱਕ ਕੰਮ ਕਰਦਾ ਕਰ, ਆ ਬਚਨ ਜਿਹੜਾ ਅੱਗੋਂ ਉਹਨੇ ਵੀ ਕਿਹਾ ਕਿ ਭਾਈ ਕਿਹਦੇ ਵੱਟੇ ਤੂਨੇ ਵੇਚਣਾ ਹੈ ਇਹ ਬਚਨ। ਚੋਰ ਨੇ ਕਿਹਾ ਇੱਕ ਕੰਮ ਕਰ ਭਾਈ, ਇਹ ਗੁਰੂ ਮਹਾਰਾਜ ਜੀ ਦਾ ਬਚਨ ਮੈਨੂੰ ਦੇ ਦੇ, ਆ ਚੋਰੀ ਦਾ ਮਾਲ ਮੇਰੇ ਕੋਲ ਬਹੁਤ ਜ਼ਿਆਦਾ ਹੈ, ਆ ਸਾਰਾ ਮਾਲ ਤੇਰਾ ਹੋ ਗਿਆ ਤੇ ਇਸ ਬਚਨ ਦੇ ਵੱਟੇ ਮੈਨੇ ਇਹ ਤੈਨੂੰ ਦੇ ਦੇਣਾ। ਜੇ ਮੈਂ ਸੜ ਕੇ ਮਰ ਜਾਵਾਂਗਾ ਮੇਰੇ ਸਾਰੇ ਪਾਪ ਖਤਮ ਹੋ ਜਾਣਗੇ। ਸ੍ਰੀ ਗੁਰਬਾਕ ਮੂਲ ਮੁਝ ਦੇਵੋ। ਸਤਿਗੁਰੂ ਮਹਾਰਾਜ ਜੀ ਦਾ ਬਚਨ ਮੈਨੂੰ ਮੁੱਲ ਦੇਣਾ ਕਰ, ਆ ਜਿੰਨੀ ਮਾਇਆ ਸੋਨਾ ਚਾਂਦੀ ਮੇਰਾ ਲੁੱਟਿਆ ਹੋਇਆ ਧਨ ਇਹ ਤੇਰਾ ਹੋ ਗਿਆ ਤੇ ਮਹਾਰਾਜ ਜੀ ਦਾ ਬਚਨ ਮੇਰਾ ਹੋ ਗਿਆ। ਸੁਨ ਕੇ ਧਨ ਲੀਨਸ ਲਲਚਾ। ਸੁਣ ਕਰਕੇ ਉਹ ਸਿੱਖ ਜਿਹੜਾ ਹੈ ਬਹੁਤ ਲਾਲਚ ਵਿੱਚ ਆ ਕਰਕੇ ਕਿਹਾ ਕਿ ਠੀਕ ਹੈ ਭਾਈ ਮਹਾਰਾਜ ਜੀ ਦਾ ਵਚਨ ਮੈਨੇ ਤੈਨੂੰ ਵੇਚ ਦਿੱਤਾ, ਲਿਆ ਭਾਈ ਧਨ ਜਿਹੜਾ ਮੈਨੂੰ ਦੇਣਾ ਕਰ। ਤਬ ਤਸਕਰ ਤਨ ਦੀਨ ਚਲਾਏ। ਤਾਂ ਪਿਆਰਿਓ ਉਹ ਚੋਰ ਜਿਹੜਾ ਹੈ, ਕਈ ਵਾਰੀ ਆਪਾਂ ਵੇਖਦੇ ਹਾਂ ਕਈ ਚੰਗੇ ਭਲੇ ਪੁਰਸ਼ ਹੁੰਦੇ ਉਹ ਪਿਆਰਿਓ ਪਿੱਛੇ ਰਹਿ ਜਾਂਦੇ ਹਨ। ਕਈ ਜਿਹੜੇ ਇਹੋ ਜਿਹੇ ਬਚਨ ਨੂੰ ਇਹਨੇ ਰੱਖ ਲਿਆ, ਮਹਾਰਾਜ ਜੀ ਦਾ ਬਚਨ ਇਹਨੇ ਮੁੱਲ ਖਰੀਦ ਲਿਆ। ਖਰੀਦ ਕੇ ਕਹਿੰਦਾ ਕਿ ਭਾਈ ਮਾਇਆ ਤੇਰੀ ਹੋ ਗਈ ਹੈ। ਤੁਰੰਤ ਪਿਆਰਿਓ ਇਹਨੇ ਕੁਛ ਨਹੀਂ ਤੱਕਿਆ, ਉਸੇ ਵੇਲੇ ਉਹ ਬਲਦੀ ਹੋਈ ਲਾਟਾਂ ਦੇ ਵਿੱਚ ਅੱਗ ਦੇ ਵਿੱਚ ਚੋਰ ਨੇ ਛਾਲ ਮਾਰ ਕਰਕੇ ਆਪਣੇ ਸਰੀਰ ਨੂੰ ਇਹਨੇ ਨਾਸ਼ ਕਰਨਾ ਕੀਤਾ। ਸੁਰਪੁਰ ਤੇ ਬਿਬਾਨ ਚਲ ਆਵਾ। ਕਵੀ ਰਾਜੀ ਕਹਿੰਦੇ ਕਿ ਬਸ ਸਾਰੀ ਜ਼ਿੰਦਗੀ ਪਿਆਰਿਓ ਗਲਤ ਕੰਮ ਕਰਦਾ ਰਿਹਾ, ਚੋਰੀਆਂ ਯਾਰ ਦਾ, ਤੇ ਕੋਈ ਇਹੋ ਜਿਹਾ ਘੜੀ ਆ ਜਾਂਦੀ ਹੈ ਜਿਹਨੇ ਸਾਰੀ ਜ਼ਿੰਦਗੀ ਪਾਪ ਕਰਨਾ ਕੀਤਾ।
ਕੋਈ ਇਹੋ ਜਿਹਾ ਸ਼ੁਭ ਕਰਮ, ਬਹੁਤ ਵੱਡਾ ਉਹ ਤੋਂ ਸ਼ੁਭ ਕਰਮ ਹੋ ਜਾਵੇ, ਉਹਦੇ ਸਾਰੇ ਪਾਪ ਜਿਹੜੇ ਹਨ ਖਤਮ ਹੋ ਜਾਂਦੇ, ਦਗਧ ਹੋ ਜਾਂਦੇ ਹਨ, ਉਹ ਵਡਭਾਗੀ ਬਣ ਜਾਂਦਾ। ਕਈ ਵਾਰੀ ਇਹ ਵੀ ਹੁੰਦਾ ਪਿਆਰਿਓ, ਕਈ ਜਿਹੜੇ ਹਨ ਚੰਗੇ ਕੰਮ ਕਰਦੇ ਹਨ ਤੇ ਵੱਡੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਨ, ਲੇਕਿਨ ਕੋਈ ਵੱਡੀ ਗਲਤੀ ਹੋ ਜਾਵੇ, ਕੁਝ ਇਹੋ ਜਿਹਾ ਵੱਡਾ ਪਾਪ ਹੋ ਜਾਵੇ, ਉਹ ਜਿਹੜਾ ਹੈ ਉਹਨਾਂ ਦੇ ਸਾਰੇ ਸ਼ੁਭ ਕਰਮਾਂ ਨੂੰ ਲੈ ਕਰਕੇ ਬਹਿ ਜਾਂਦਾ। ਦੇਖੋ ਚੋਰ ਹੈ, ਚੋਰ ਨੇ ਤਾਂ ਨਰਕਾਂ ਨੂੰ ਜਾਣਾ ਸੀ, ਚੋਰ ਨੇ ਤਾਂ ਪਿਆਰਿਓ ਜਿਹਨੇ ਸਾਰੀ ਜ਼ਿੰਦਗੀ ਗਲਤ ਕੰਮ ਕਰਨਾ ਕੀਤਾ, ਉਹਦੀ ਸਦਗਤੀ ਥੋੜੀ ਹੋ ਸਕਦੀ ਸੀ, ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਬਚਨ ਇਹਨੇ ਮੰਨ ਲਿਆ, ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪੂਰਾ ਉਤਰਿਆ, ਇੱਕ ਬਚਨ ਕਰਕੇ ਪਿਆਰਿਓ ਹੁਣ ਇਹ ਬੈਕੁੰਠ ਵਾਸੀ ਬਣ ਗਿਆ। ਕਵੀ ਰਾਜੀ ਕਹਿੰਦੇ ਹਨ ਉਹਦੇ ਵਾਸਤੇ ਫਿਰ ਬੈਕੁੰਠ ਤੋਂ ਬੀਬਾਨ ਜਿਹੜਾ ਸੱਜ ਕੇ ਆਇਆ। ਸਾਦਰ ਕਹਿ ਕੇ ਤੁਰਤ ਚੜਾਵਾ, ਸਾਦਰ ਸਤਕਾਰ ਦੇ ਨਾਲ ਦੇਵਤਿਆਂ ਨੇ ਉਸ ਚੋਰ ਨੂੰ, ਹੁਣ ਚੋਰ ਨਹੀਂ ਰਹਿ ਗਿਆ, ਹੁਣ ਦਿਵ ਆਤਮਾ ਬਣ ਗਈ ਹੈ, ਉਹਨੂੰ ਸਤਕਾਰ ਦੇ ਨਾਲ ਬੀਬਾਨ ਦੇ ਉੱਤੇ ਚੜਾਉਣਾ ਕੀਤਾ। ਸੁਖ ਅਨੰਤ ਮਹਿ ਜਾਇ ਰਹਿਓ, ਅਨੰਤਾਨ ਅਨੰਤ ਸੁਖ ਦੇ ਵਿੱਚ ਜਾ ਕਰਕੇ ਉਹ ਚੋਰ ਜਿਹੜਾ ਹੈ ਉਹ ਸਮਾ ਗਿਆ ਹੈ। ਗੁਰ ਬਚਤੇ ਅਗ ਦੇਹ ਦਹਿਓ, ਬਸ ਪਿਆਰਿਓ ਕੋਈ ਜ਼ਿਆਦਾ ਉਹਨੇ ਕਰਮ ਥੋੜੀ ਕੀਤਾ, ਸ਼ੁਭ ਕਰਮ ਥੋੜੀ ਕੀਤੇ, ਸਿਰਫ ਸਤਿਗੁਰੂ ਮਹਾਰਾਜ ਜੀ ਦਾ ਬਚਨ ਜਿਹੜਾ ਹੈ ਉਹਨੂੰ ਮੰਨ ਲੈਣਾ ਕੀਤਾ, ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਖਰਾ ਉਤਰਿਆ, ਉਹਦੇ ਪਿਆਰਿਓ ਸਿਰਫ ਕਵੀ ਰਾਜ ਜੀ ਕਹਿੰਦੇ ਉਹਦਾ ਸਰੀਰ ਨਹੀਂ ਸੜਿਆ, ਉਹ ਚਿਖਾ ਦੇ ਵਿੱਚ ਉਹਦੇ ਸਾਰੇ ਪਾਪ, ਸਾਰੇ ਕੁਕਰਮ ਜਿਹੜੇ ਸੜ ਕੇ ਸਵਾਹ ਹੋ ਗਏ, ਉਹ ਨਿਰਮਲ ਹੋ ਕਰਕੇ ਸੱਚਖੰਡ ਨੂੰ ਚੱਲ ਗਿਆ। ਲੋਭ ਧਾਰ ਸਿੱਖ ਗਮਨਿਓ ਕਰ ਕੋ, ਹੁਣ ਦੂਜੇ ਪਾਸੇ ਜਿਹੜਾ ਗੁਰੂ ਘਰ ਦੇ ਵਿੱਚ ਰਹਿੰਦਾ ਸੀ, ਸਾਰੀ ਜ਼ਿੰਦਗੀ ਗੁਰੂ ਘਰ ਦੇ ਵਿੱਚ ਬਤੀਤ ਕੀਤੀ, ਉਹ ਲੋਭ ਦਾ ਮਾਰਿਆ, ਲੋਭ ਧਾਰਨ ਕਰਕੇ ਫਿਰ ਉਹ ਮਾਇਆ ਜਿਹੜੀ ਹੈ ਚੁਰਾਈ ਹੋਈ ਮਾਇਆ, ਉਹ ਲੈ ਕਰਕੇ ਘਰ ਨੂੰ ਚੱਲ ਗਿਆ। ਗਹਿਓ ਨਰਨ ਤਿਸ ਲਖ ਤਸਕਰ ਕੋ, ਫਿਰ ਪਿਆਰਿਓ ਕੀ ਹੋਇਆ, ਆ ਚੋਰ ਜਿਹੜਾ ਚੋਰੀ ਕਰਕੇ ਜਾ ਰਿਹਾ ਸੀ ਨਾ, ਤੇ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਹਨ ਤੇ ਫਿਰ ਉਹ ਉਹਦੇ ਮਗਰ ਲੱਗੇ ਹੋਏ, ਉਹਨਾਂ ਨੇ ਉਹਦੀ ਪੜਤਾਲ ਕਰਨੀ ਕੀਤੀ, ਉਹ ਤਾਂ ਸਿੱਖ ਲੈ ਕਰਕੇ ਮਾਂ ਚੋਰ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਪਿਆਰਿਓ, ਜ਼ਿਆਦਾ ਕਰਕੇ ਸਬੂਤ ਦੇ ਆਧਾਰ ਦੇ ਉੱਤੇ ਆਪਾਂ ਕੀ ਕਰਦੇ ਆ, ਕਈ ਵਾਰੀ ਕਈ ਚੋਰ, ਚੋਰੀ ਕਰਨ ਵਾਲੇ ਚੋਰ ਕੀ ਕਰਦੇ ਹਨ, ਕੋਈ ਮਾਲ ਧਨ ਜਿਹੜਾ ਚੁਰਾ ਲੈਂਦੇ, ਚੁਰਾ ਕਰਕੇ ਆਪਣੇ ਕੋਲ ਨਹੀਂ ਰੱਖਣਾ, ਕਿਉਂਕਿ ਚੋਰ ਨੂੰ ਰੰਗੇ ਹੱਥ ਫੜ ਲਿਓ ਤੇ ਉਹ ਫਿਰ ਚੋਰ ਸਾਬਤ ਹੋ ਜਾਂਦਾ ਹੈ। ਇਸ ਕਰਕੇ ਚੋਰ ਕਈ ਵਾਰੀ ਕੀ ਕਰਦੇ ਹਨ, ਆਪਣਾ ਜੋ ਮਾਲ ਧਨ ਜਿਹੜਾ ਚੁਰਾਇਆ ਹੋਇਆ ਸਮਾਨ ਉਹ ਦੂਜੇ ਦੇ ਕੋਲ ਜਾ ਕਰਕੇ ਰੱਖ ਲੈਂਦੇ, ਤੇ ਫਿਰ ਜਦੋਂ ਉਸ ਚੀਜ਼ ਦਾ ਪਤਾ ਲੱਗ ਜਾਂਦਾ ਤੇ ਫਿਰ ਇਹ ਸਿੱਧਾ ਕਹਿ ਦਿੰਦੇ ਕਿ ਭਈ ਮੇਰੇ ਕੋਲ ਥੋੜੀ ਮਾਲ ਫੜਿਆ ਗਿਆ, ਜੇ ਤੋਂ ਮਾਲ ਫੜਿਆ ਗਿਆ ਨਾ, ਉਹ ਚੋਰੀ ਦਾ ਜ਼ਿੰਮੇਦਾਰ ਹੈ, ਉਹੀ ਚੋਰ ਹੈ, ਉਹਨੂੰ ਫੜਨਾ ਕਰੋ। ਇਸ ਤਰ੍ਹਾਂ ਕੀ ਹੋਇਆ ਕਿ ਇਹ ਚੋਰੀ ਦਾ ਮਾਲ ਉਹ ਤੋਂ ਪ੍ਰਾਪਤ ਹੋਇਆ ਤੇ ਸਰਕਾਰੀ ਬੰਦਿਆਂ ਨੂੰ ਵੀ ਲੱਗਿਆ ਕਿ ਭਾਈ ਆ ਸੇਖੀ ਚੋਰ ਹੈ, ਇਹ ਭੇਸ ਬਦਲ ਕਰਕੇ ਚੋਰੀ ਕਰਦਾ ਸੀ। ਕੋਟਵਾਰ ਕੇ ਕਰਿਓ ਅਗਾਰੀ, ਜਾ ਕਰਕੇ ਫਿਰ ਕੋਟਵਾਰ ਜਿਹੜਾ ਥਾਣੇਦਾਰ ਦੇ ਅੱਗੇ ਉਹਨੂੰ ਪੇਸ਼ ਕਰਨਾ ਕੀਤਾ। ਤਿਨ ਦੇਖਤ ਹੀ ਗਿਰਾ ਉਚਾਰੀ, ਉਹਨੇ ਫਿਰ ਕੋਟਵਾਰ ਨੇ ਵੇਖਦਿਆਂ ਹੀ ਸੇਖ ਨੂੰ ਇਹ ਬਚਨ ਕੀਤਾ ਹੈ, ਛੀਨ ਲੈ ਹੋ ਤਿਸ ਕੋ ਸਭ ਮਾਨ, ਕਹਿੰਦਾ ਕਿ ਭਾਈ ਸਭ ਤੋਂ ਪਹਿਲੇ ਇਹ ਮਾਲ ਧਨ ਚੁਰਾਇਆ ਹੋਇਆ ਸਾਰਾ ਸਮਾਨ ਇਹਦਾ ਜ਼ਬਤ ਕਰ ਲੈਣਾ ਕਰੋ, ਫਾਂਸੀ ਦੇਹੁ ਜਾਏ ਤਤਕਾਲ, ਨਾਲ ਇਹਦੇ ਕੀਤੇ ਦੀ ਸਜ਼ਾ ਜਿਹੜੀ ਹੈ ਬਹੁਤ ਦਿਨਾਂ ਤੋਂ ਲੱਭ ਰਹੇ ਸੀ, ਇਹ ਹੱਥੇ ਨਹੀਂ ਆਇਆ, ਅੱਜ ਇਹ ਫੜਿਆ ਗਿਆ, ਇਹਨੂੰ ਜੇ ਆਪਾਂ ਨੇ ਛੱਡ ਦਿੱਤਾ ਫਿਰ ਤੋਂ ਦੁਬਾਰਾ ਇਹ ਗਲਤ ਕੰਮ ਕਰੇਗਾ, ਚੋਰੀਆਂ ਕਰੇਗਾ, ਇਸ ਕਰਕੇ ਇਹਨੂੰ ਫੜ ਕਰਕੇ ਫਾਂਸੀ ਦੇ ਤਖਤੇ ਦੇ ਉੱਤੇ ਚੜਾ ਦਿੱਤਾ ਜਾਵੇ। ਹੁਕਮ ਮਾਨ ਫਾਂਸੀ ਤਿਸ ਦੀਨਾ, ਤੁਰੰਤ ਪਿਆਰਿਓ ਕੋਟਵਾਰ ਦਾ ਬਚਨ ਮੰਨ ਕਰਕੇ ਸਿਪਾਹੀਆਂ ਨੇ ਲੈ ਕੇ ਚੱਲ ਗਏ ਤੇ ਉਹਨੂੰ ਫਾਂਸੀ ਦੇ ਉੱਤੇ ਟੰਗ ਦਿੱਤਾ। ਮੂਰਖ ਮਰਿਓ ਧਰਮ ਤੇ ਹੀ ਨਾ, ਇਸ ਤਰ੍ਹਾਂ ਮੂਰਖ ਮਤੀਆ ਜਿਹੜਾ ਧਰਮ ਤੋਂ ਸਖਣਾ ਖਾਲੀ ਹੋ ਕਰਕੇ ਮਰ ਗਿਆ, ਅਧੋਗਤੀ ਹੋ ਗਈ ਹੈ। ਗੁਰੂ ਬਚਨ ਪਰ ਜਹ ਪ੍ਰਤੀ, ਲੇਕਿਨ ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਜਿਹਦਾ ਵਿਸ਼ਵਾਸ ਸੀ, ਪ੍ਰਤੀਤੀ ਭਰੋਸਾ ਸੀ, ਤਿਸ ਹੈ ਮਿਲ ਹੈ ਊਚੋ ਪਦ ਨੀਤ, ਉਹਨੂੰ ਦੇਖੋ ਕਿੰਨਾ ਵੱਡਾ ਉੱਚਾ ਮਰਾਦਬਾ ਜਿਹੜਾ ਲੋਕ ਤੇ ਪਰਲੋਕ ਦੇ ਵਿੱਚ ਉਹਨੂੰ ਪ੍ਰਾਪਤ ਹੋਇਆ ਹੈ।
ਤਜਿਓ ਬਾਕ ਤਰ ਲੋਭ ਵਿਸਾਲਾ। ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਬਚਨਾਂ ਤੋਂ ਮੁਨਕਰ ਹੋ ਗਿਆ, ਖਾਲੀ ਹੋ ਗਿਆ, ਜਿਹਨੂੰ ਲੋਭ ਨੇ ਆ ਕਰਕੇ ਗ੍ਰਸ ਲੈਣਾ ਕੀਤਾ, ਤੇ ਉਹਦਾ ਫਿਰ ਕੀ ਹਸ਼ਰ ਹੋਇਆ ਹੈ। ਭਾਵਹਿ ਨਰਕ ਤੁਰਤ ਹੋਏ ਕਾਲਾ। ਫਿਰ ਤੁਰੰਤ ਫਿਰ ਜਮਦੂਤ ਆ ਕਰਕੇ ਉਹਨੂੰ ਨਰਕ ਦੇ ਵਿੱਚ ਪਾ ਕਰਕੇ ਚੰਗੀ ਤਰ੍ਹਾਂ ਉਹਨੂੰ ਕੁਟਾਪਾ ਕਰਨਾ ਕੀਤਾ। ਦੋਹਰਾ ਗੁਰੂ ਸੰਤ ਤੇ ਲਾਭ ਤੇ ਹੈ, ਗੁਰਮੁਖ ਦ੍ਰਿੜ ਮਤ ਜੋ। ਹੁਣ ਕਵੀ ਰਾਜੀ ਪਿਆਰਿਓ ਇੱਥੇ ਬਚਨ ਕਰਦੇ ਹਨ, ਇਹਦਾ ਤਾਤਪਰਯ ਜਿਹੜਾ ਦੱਸ ਰਹੇ ਹਨ। ਤੇ ਜਿਹੜਾ ਵੀ ਪਿਆਰਿਓ ਗੁਰੂ ਦੇ ਕੋਲ ਆਉਂਦਾ, ਗੁਰੂ ਘਰ ਦੇ ਵਿੱਚ ਆਉਂਦਾ, ਜਾਂ ਸੰਤਾਂ ਮਹਾਂਪੁਰਖਾਂ ਦੇ ਕੋਲ ਜਾਂਦਾ, ਉਹਨੂੰ ਪਿਆਰਿਓ ਇਹੀ ਲਾਭ ਪ੍ਰਾਪਤ ਹੁੰਦਾ ਕਿ ਭਾਈ ਉਹਨੇ ਗੁਰਮੁਖ ਬਣਨਾ ਹੈ। ਗੁਰਮੁਖ ਬਣ ਕਰਕੇ ਉਹਦੀ ਮਤ ਜਿਹੜੀ ਹੈ ਉਹ ਦ੍ਰਿੜ ਹੋਣੀ ਚਾਹੀਦੀ ਹੈ। ਜੇ ਬੰਦਾ ਗੁਰੂ ਘਰ ਦੇ ਵਿੱਚ ਰਹਿੰਦਾ ਤੇ ਉਹਦੀ ਵਿਚਲਿਤ ਮਤ ਹੋਵੇ, ਗੁਰਮੁਖ ਤਾਈ ਦੇ ਤਾਈ ਗੁਰਮੁਖ ਪੁਣਾ ਅਪਣਾਉਣਾ ਛੱਡ ਕਰਕੇ ਜਿਹੜਾ ਮਨਮੁਖੀ ਪਾਸੇ ਲੱਗ ਜਾਂਦਾ, ਉਹਦਾ ਫਿਰ ਗੁਰੂ ਘਰ ਦੇ ਵਿੱਚ ਜਾਂ ਮਹਾਂਪੁਰਖਾਂ ਦੇ ਕੋਲ ਜਾਣਾ ਕੋਈ ਜਿਹੜਾ ਹੈ ਸਕਾਰ ਨਹੀਂ ਹੁੰਦਾ, ਉਹ ਤਾਂ ਵਿਅਰਥ ਚੱਲ ਜਾਂਦਾ। ਮਨਮੁਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋ। ਜਿਹੜੇ ਪਿਆਰਿਓ ਮਨਮੁਖ ਹੁੰਦੇ ਹਨ ਤੇ ਜਿਨ੍ਹਾਂ ਦਾ ਸੁਭਾਅ ਬੜਾ ਚੰਚਲ ਹੁੰਦਾ ਹੈ, ਜਿਹੜੇ ਗੁਰੂ ਘਰ ਦੇ ਵਿੱਚ ਵੀ ਆ ਕਰਕੇ ਪਿਆਰਿਓ ਠੱਗੀਆਂ ਮਾਰਦੇ ਹਨ, ਜਿਹੜੇ ਗੁਰੂ ਘਰ ਦੇ ਵਿੱਚ ਵੀ ਆ ਕਰਕੇ ਚੰਚਲ ਮਤ ਦੇ ਧਾਰਨੀ ਬਣਦੇ ਹਨ, ਇੱਥੇ ਵੀ ਆ ਕਰਕੇ ਗੁਰੂ ਘਰ ਦੇ ਵਿੱਚ ਆ ਕਰਕੇ ਗੁਰੂ ਦੇ ਨਾਲ ਸੰਗਤਾਂ ਦੇ ਨਾਲ ਚਲਾਕੀਆਂ ਵਰਤਦੇ, ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਸਿੱਖੀ ਜਿਹੜੀ ਹੈ ਪਿਆਰਿਓ ਉਹਦੇ ਉਲਟ ਹੋ ਜਾਂਦੀ ਹੈ। ਉਹਨੂੰ ਲਾਭ ਤਾਂ ਕੋਈ ਪ੍ਰਾਪਤ ਨਹੀਂ ਹੁੰਦਾ, ਉਹ ਸਿੱਖੀ ਉਹਦੇ ਉਲਟ ਹੋ ਜਾਂਦੀ ਹੈ, ਉਹਦੇ ਗਲ ਦੀ ਫਾਹੀ ਬਣ ਜਾਂਦੀ ਹੈ। ਇਸ ਕਰਕੇ ਪਿਆਰਿਓ ਗੁਰੂ ਘਰ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਜੇ ਗੁਰੂ ਘਰ ਦੇ ਵਿੱਚ ਆਉਂਦੇ ਆ, ਰਹਿੰਦੇ ਆ, ਸੇਵਾ ਕਰਦੇ ਆ, ਤਾਂ ਹੀ ਪਿਆਰਿਓ ਗੁਰੂ ਘਰ ਦੇ ਵਿੱਚ ਆਉਣਾ ਸਾਡਾ ਸਕਾਰਥ ਹੁੰਦਾ ਹੈ, ਸਫਲਾ ਹੁੰਦਾ ਹੈ। ਲੇਕਿਨ ਗੁਰੂ ਘਰ ਦੇ ਵਿੱਚ ਆ ਕਰਕੇ ਮਨਮੁਖਤਾਈ ਦੇ ਕਰਮ ਕਰਨਾ ਕਰੋ, ਇੱਥੇ ਆ ਕਰਕੇ ਚਲਾਕੀਆਂ ਵਰਤੋ। ਤੇ ਕਈ ਵਾਰੀ ਇੱਕ ਅਦੀਬ ਨੇ ਬੜਾ ਬਚਨ, ਬੜਾ ਪਿਆਰਾ ਉਹ ਪਿਆਰਿਓ ਨੇ ਬਚਨ ਕੀਤਾ। ਉਹਨੇ ਕਿਹਾ ਕਿ खुदी में लोग वफा को बेच देते हैं, खुदा के दर की तो क्या वो तो खुदा को भी बेच देते हैं। ਕਈ ਬੰਦਿਆਂ ਨੂੰ ਪਿਆਰਿਓ ਤ੍ਰਿਸ਼ਨਾ ਦਾ, ਖੁਦੀ ਦਾ ਰੋਗ ਲੱਗ ਜਾਵੇ, ਉਹ ਫਿਰ ਖੁਦਾ ਕੀ ਦਰ ਕੀ ਤੋਂ ਕਿਆ, ਖੁਦਾ ਦੀ ਦਰ ਜਿਹੜਾ ਹੁੰਦਾ ਹੈ ਭਾਵ ਕਿ ਮਸੀਤ ਹੋ ਗਿਆ, ਸਿੱਖਾਂ ਦੇ ਵਾਸਤੇ ਗੁਰਦੁਆਰਾ ਜਿਹੜਾ ਇਹੀ ਤਾਂ ਪਿਆਰਿਓ ਖੁਦ ਸਾਡੇ ਵਾਸਤੇ ਖੁਦਾ ਦਾ ਵਾਹਿਗੁਰੂ ਦਾ ਦਰ ਹੈ। ਹਿੰਦੂਆਂ ਦੇ ਵਾਸਤੇ ਮੰਦਰ ਜਿਹੜਾ ਉਹੀ ਤਾਂ ਪਿਆਰਿਓ ਭਗਵਾਨ ਜੀ ਦਾ ਦਰ ਹੈ। ਉਹ ਫਿਰ ਭਗਵਾਨ ਦੇ ਦਰ ਨੂੰ ਤਾਂ ਕੀ ਪਿਆਰਿਓ ਜੇ ਸਾਖਸ਼ਾਤ ਖੁਦਾ ਆ ਜਾਵੇ, ਵਾਹਿਗੁਰੂ ਪਰਮਾਤਮਾ ਆ ਜਾਵੇ, ਉਹਨੂੰ ਵੀ ਪਿਆਰਿਓ ਵੇਚ ਦਿੰਦੇ ਹਨ। ਗੁਰੂ ਘਰ ਦੇ ਵਿੱਚ ਆ ਕਰਕੇ ਚੰਚਲਤਾਈ ਕਰਨਾ ਭਾਵ ਕਿ ਇੱਥੇ ਕੁਟਲ ਨੀਤੀਆਂ ਕਰਨੀਆਂ, ਫਿਰ ਉਹਨਾਂ ਦੇ ਵਾਸਤੇ ਸਿੱਖੀ ਉਹਨਾਂ ਦੇ ਉਲਟ ਪੈ ਜਾਂਦੀ ਹੈ, ਉਹਨਾਂ ਦੇ ਫਿਰ ਜੀ ਦਾ ਜੰਜਾਲ ਬਣ ਜਾਂਦਾ। ਮਹਿਮਾ ਸਤਿਗੁਰ ਬਚਨ ਕੀ ਦੇਖੋ ਪੁੰਨ ਪ੍ਰਮਾਨ। ਕਵੀ ਰਾਜ ਜੀ ਦੱਸਦੇ ਹਨ ਕਿ ਦੇਖੋ ਭਾਈ ਇਹ ਸਾਖੀ ਨੂੰ ਪੜ੍ਹ ਕਰਕੇ ਸੁਣ ਕਰਕੇ ਕਿ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੀ ਕਿੰਨੀ ਜ਼ਿਆਦੀ ਮਹਿਮਾ ਹੈ। ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ, ਭਾਵ ਕਿ ਜਿਹੜਾ ਵੀ ਮਹਾਰਾਜ ਜੀ ਦਾ ਬਚਨ ਮੰਨ ਲੈਂਦਾ, ਗੁਰੂ ਦੀ ਕਿਰਪਾ ਦੇ ਨਾਲ ਉਹਦਾ ਉਧਾਰ ਹੋ ਜਾਂਦਾ, ਉਤਰ ਜਾਂਦਾ ਹੈ। ਬੇਮੁਖ ਭਇਓ ਸਿਖ ਫਾਂਸ ਤਿਸ, ਤਸਕਰ ਸਵਰਗ ਮਹਾਨ। ਗੁਰੂ ਘਰ ਦੇ ਵਿੱਚ ਹੀ ਰਹਿਣ ਵਾਲਾ ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਸੀ ਤੇ ਗੁਰੂ ਘਰ ਤੋਂ ਬੇਮੁਖ ਹੋ ਗਿਆ, ਜਮਾ ਦੀ ਫਾਈ ਉਹਦੇ ਗਲ ਵਿੱਚ ਪੈ ਗਈ। ਜਿਹੜਾ ਤਸਕਰ, ਜਿਹੜਾ ਚੋਰ, ਜਿਹੜਾ ਕਦੇ ਗੁਰੂ ਘਰ ਦੇ ਵਿੱਚ ਜਿਹੜਾ ਪਿਆਰਿਓ ਚੱਲ ਕੇ ਨਹੀਂ ਆਇਆ, ਕਦੇ ਜਿਹਨੇ ਸਤ ਸੰਗਤ ਨਹੀਂ ਕਰਨੀ ਕੀਤੀ, ਗੁਰੂ ਨੂੰ ਜਿਹੜਾ ਕਦੇ ਜਾਣਦਾ ਨਹੀਂ ਸੀ, ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਇੱਕ ਬਚਨ ਉਹਨੇ ਕਮਾਉਣਾ ਕੀਤਾ। ਮਹਾਰਾਜ ਜੀ ਨੇ ਕਿਹਾ ਨਾ ਜ਼ਿਆਦਾ ਨਹੀਂ ਪਿਆਰਿਓ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਉਹ ਨਿਹਾਲ ਹੋ ਜਾਂਦੇ ਹਨ।
ਮਹਾਰਾਜ ਜੀ ਦਾ ਇੱਕੋ ਬਚਨ ਉਹਨੇ ਕਮਾਉਣਾ ਕੀਤਾ, ਉਹਦਾ ਉਧਾਰ ਹੋ ਗਿਆ। ਉਹਨੇ ਸਵਰਗਾਂ ਨੂੰ ਜਾਣਾ ਕੀਤਾ, ਸੱਚਖੰਡ ਉਹਨੇ ਗਮਨ ਕਰਨਾ ਕੀਤਾ। ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਸਿੱਖ ਤਸਕਰ ਪ੍ਰਸੰਗ ਵਰਣਨੰ ਨਾਮ 13ਵਾਂ ਅੰਸ਼ੂ। ਇੱਥੇ ਪਿਆਰਿਓ 13ਵਾਂ ਅਧਿਆਇ ਉਹਦੀ ਸਮਾਪਤੀ ਹੈ ਤੇ ਅਗਲਾ ਅਧਿਆਇ ਜਿਹੜਾ 14ਵਾਂ ਅਧਿਆਇ ਦੀ ਆਰੰਭਤਾ ਹੈ ਜੀ। ਨਿਸ਼ਾਨੀ ਛੰਦ ਸੰਗ ਬਾਲਕਨ ਖੇਲਹੀ ਨਿਤ ਗੁਰੂ ਕਿਰਪਾਲਾ। ਹੁਣ ਕਵੀ ਰਾਜ ਜੀ ਦੱਸਦੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਹੁਤ ਸਿੱਧਾ ਸਰਲ ਜਿਨ੍ਹਾਂ ਦਾ ਸੁਭਾਅ ਹੈ। ਦੁਪਹਿਰ ਦੇ ਵੇਲੇ ਪਿਆਰਿਓ ਬੱਚੇ ਆਉਂਦੇ ਹਨ ਸਾਰੇ ਖਡੂਰ ਸਾਹਿਬ ਦੇ। ਸਤਿਗੁਰੂ ਮਹਾਰਾਜ ਬੱਚਿਆਂ ਨੂੰ ਚੀਜ਼ੀਆਂ ਦਿੰਦੇ ਹਨ, ਉਹਨਾਂ ਦੇ ਨਾਲ ਖੇਡਾਂ ਖੇਡਦੇ ਹਨ ਤੇ ਬੱਚਿਆਂ ਨੂੰ ਪੜਾਇਆ ਕਰਦੇ। ਹਰਖ ਸ਼ੂਕ ਨਹਿ ਜਿਨਹੁ ਕੇ ਇਕ ਰਸ ਸਭ ਕਾਲਾ। ਇੱਕ ਰਸ ਸਤਿਗੁਰੂ ਮਹਾਰਾਜ ਜੀ ਦੀ ਬਿਰਤੀ ਹੈ, ਕਦੇ ਹਰਖ ਨਹੀਂ ਹੈ ਤੇ ਕਦੇ ਮਹਾਰਾਜ ਜੀ ਨੂੰ ਸ਼ੋਕ ਆ ਕਰਕੇ ਨਹੀਂ ਵਿਆਪਤ ਹੁੰਦਾ। ਦੀਨ ਬੰਧ ਤਾਰਨ ਤਰਨ ਸਿੱਖੀ ਬਿਦਤਾ। ਦੀਨ ਬੰਧੂ ਹਨ ਭਾਵ ਕੇ ਗਰੀਬਾਂ ਦੇ ਬੰਧੂ ਹਨ, ਸੰਸਾਰੀ ਜੀਆਂ ਦਾ ਉਧਾਰ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਹੁਣ ਸਿੱਖੀ ਨੂੰ ਬਿਦਤਾਉਣ ਦੇ ਵਾਸਤੇ ਪ੍ਰਗਟ ਕਰਨ ਵਾਸਤੇ। ਜਗੇ ਭਾਗ ਜਿਨ ਨਰਨ ਕੇ ਚਰਨੀ ਲਪਟਾ। ਜਿਨ੍ਹਾਂ ਸਿੱਖਾਂ ਦੇ ਪਿਆਰਿਓ ਮੱਥੇ ਦੇ ਭਾਗ ਜਾਗਰਤ ਹੋ ਗਏ ਹਨ, ਇਹੋ ਜਿਹੇ ਗੁਰੂ ਕੇ ਸਿੱਖ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਪਟ ਜਾਂਦੇ ਹਨ, ਚਰਨਾਂ ਦੇ ਨਾਲ ਜੁੜ ਜਾਂਦੇ। ਕਰੂੰ ਨਿਰੂਪਣ ਅਬ ਕਥਾ ਭਲਿਅਨ ਕੁਲ ਟੀਕਾ। ਹੁਣ ਕਵੀ ਰਾਜ ਜੀ ਦੱਸਦੇ ਹਨ ਕਿ ਭਾਈ ਹੁਣ ਜਿਹੜੇ ਹਨ ਭੱਲੇ ਕੁਲ ਦੇ, ਭਲਿਆਂ ਦੀ ਕੁਲ ਦੇ ਜਿਹੜੇ ਟੀਕੇ ਸਰੂਪ ਹਨ, ਸਾਰ ਤਤ ਭਾਵ ਕੇ ਸਿਖਰ ਰੂਪੀ ਕਵੀ ਰਾਜ ਜੀ ਕਹਿੰਦੇ ਮੈਨੇ ਨਿਰੂਪਣ ਕਰਨਾ ਹੈ। ਨਿਰੂਪਣ ਦਾ ਪਿਆਰਿਓ ਅਰਥ ਬੜੇ ਪਿਆਰੇ ਹਨ, ਭਾਵ ਕੇ ਇੱਕ ਕੋਈ ਚੀਜ਼ ਚੱਲ ਰਹੀ ਹੈ ਉਹਦੇ ਵਿੱਚ ਦੂਜੀ ਚੀਜ਼ ਨੂੰ ਮਿਲਾ ਦੇਣਾ। ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਧਾਰਾਵਾਂ ਵਗਦੀਆਂ ਹਨ, ਨਦੀਆਂ ਵਗਦੀਆਂ ਹਨ, ਉਹਦੇ ਨਾਲ ਫਿਰ ਕੀ ਹੁੰਦਾ, ਦੂਜੀ ਧਾਰਾ ਲਿਆ ਕਰਕੇ ਜਦੋਂ ਉਹਦੇ ਵਿੱਚ ਨਿਰੂਪਣ ਕਰ ਦਿੰਦੇ ਆ, ਮਿਲਾ ਦਿੰਦੇ ਆ, ਫਿਰ ਉਹ ਦੋ ਨਹੀਂ ਰਹਿੰਦੇ, ਉਹ ਇੱਕ ਧਾਰਾ ਬਣ ਜਾਂਦੀ ਹੈ। ਇੱਕ ਕਥਾ ਦੇ ਵਿੱਚ ਦੋਆਂ ਦੀਆਂ ਸਾਖੀਆਂ ਆ ਜਾਂਦੀਆਂ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਘਰ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦੀ ਜਿਨ੍ਹਾਂ ਨੇ ਸੇਵਾ ਕਰਨੀ ਕੀਤੀ ਹੈ। ਹੁਣ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਜੋ ਮੁੱਢਲੀ ਕਥਾ ਹੈ, ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਰਹਿੰਦੇ ਸਨ, ਕਿਸ ਤਰ੍ਹਾਂ ਗੁਜ਼ਰ ਬਸਰ ਕਰਦੇ, ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨਾ ਕੀਤਾ, ਉਹਨਾਂ ਦੀ ਜੋ ਕਥਾ ਦੀ ਧਾਰਾ ਜਿਹੜੀ ਹੈ, ਮੈਂ ਹੁਣ ਤੋਂ ਮਹਾਰਾਜ ਜੀ ਦੀ ਕਥਾ ਦੇ ਵਿੱਚ ਉਹਨੂੰ ਮੈਂ ਸ਼ਾਮਲ ਕਰਨਾ ਕਰਾਂ। ਆਏ ਮਿਲੇ ਜਿਸ ਰੀਤ ਸੋ ਸੇਵਨ ਕੀ ਅਨੀਕਾ। ਜਿਸ ਤਰ੍ਹਾਂ ਆ ਕਰਕੇ ਭੱਲੇ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਮਿਲਣਾ ਕੀਤਾ, ਅਥਾਕ ਘਾਲ ਕਮਾਈ ਸੇਵਾ ਕਰਨੀ ਕੀਤੀ ਹੈ, ਉਹ ਮੈਂ ਅੱਗੇ ਦੱਸਣਾ ਹੈ। ਇੱਕ ਬਾਸੁਰ ਕੇ ਗ੍ਰਾਮ ਹੈ ਤਹ ਬਸਹਿ ਨਿਕੇਤਮ। ਇੱਕ ਨਗਰ ਜਿਹੜਾ ਪਿਆਰਿਓ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਹ ਨਗਰ ਵੱਜਦਾ ਹੈ ਬਾਸਰ ਕੇ। ਇੱਕ ਗ੍ਰਾਮ ਜਿਹੜਾ ਉੱਥੇ ਸਤਿਗੁਰੂ ਮਹਾਰਾਜ ਜੀ ਦਾ ਜੱਦੀ ਪੁਸ਼ਤੀ ਘਰ ਹੈ। ਤੇਜੋ ਛਤਰੀ ਭਾਗ ਬੜ ਨਿਸ ਦਿਨ ਪ੍ਰਭ ਚੇਤੰ। ਉਸ ਨਗਰ ਦੇ ਵਿੱਚ ਬਾਸਰਕੇ ਦੇ ਵਿੱਚ ਇੱਕ ਤੇਜ ਭਾਨ ਨਾਮਕ ਛਤਰੀ ਹਨ, ਨਿਸ ਦਿਨ ਪ੍ਰਭ ਚੇਤੰ, ਜਿਹੜੇ ਦਿਨ ਰਾਤ ਆਪਣਾ ਕਾਰ ਵਿਹਾਰ ਕਰਦੇ ਆ ਪ੍ਰਮਾਤਮਾ ਨੂੰ, ਪ੍ਰਭੂ ਦਾ ਜੋ ਚੇਤਨ ਕਰਦੇ ਸਨ, ਆਰਾਧਨ ਕਰਦੇ ਸਨ। ਭਲੇ ਕਰਮ ਮਹਿ ਪ੍ਰੀਤ ਔਰ ਭਲਿਅਨ ਕੁਲ ਮਾਹੀ। ਚੰਗੇ ਕਰਮਾਂ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦੀ ਰੁਚੀ ਸੀ ਤੇ ਨਾਲ ਉਹਨਾਂ ਦੀ ਕੁਲ ਦਾ ਹੀ ਨਾਮ ਹੈ ਭਲਿਆਂ ਦੀ ਕੁਲ, ਭੱਲਿਆਂ ਦੀ ਉਹਨਾਂ ਦੀ ਕੁਲ ਹੈ। ਧੀਰਜ ਧਰਮ ਵਿਸ਼ਾਲ ਜਹ ਔਗੁਣ ਚਿਤ ਨਾਹੀ। ਜਿਨ੍ਹਾਂ ਦੇ ਮਨ ਦੇ ਵਿੱਚ ਧੀਰਜ ਹੈ, ਬਹੁਤ ਜ਼ਿਆਦਾ ਧਰਮ ਹੈ, ਕੋਈ ਉਹਨਾਂ ਦੇ ਮਨ ਦੇ ਵਿੱਚ ਔਗੁਣ ਨਹੀਂ ਹੈ, ਕੋਈ ਕਰਮਾਂ ਦੇ ਵਿੱਚ ਔਗੁਣ ਨਹੀਂ ਹੈ। ਤਿਨ ਕੇ ਸੁਤ ਉਤਪਦ ਪਏ ਸ਼੍ਰੀ ਅਮਰ ਵਡੇਰੇ। ਇਹੋ ਜੇ ਬਾਬਾ ਤੇਜ ਭਾਣ ਜੀ ਜਿਹੜੇ ਹਨ, ਭੱਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ। ਭੱਟਾਂ ਨੇ ਵੀ ਬਚਨ ਕਰਨਾ ਕੀਤਾ ਨਾ, ਭੱਲਿਓ ਪੁਹਾਲ ਤੇਜੋ ਤਨਾ। ਤੇਜ ਭਾਣ ਜੀ ਦੇ ਸੁਪੁੱਤਰ ਕੌਣ? ਨਿਰਪਤ ਨਾਥ ਨਾਨਕ ਬਾਰਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ
ਜਿਨ੍ਹਾਂ ਨੇ ਰੂਪ ਬਣਨਾ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਅਪਰ ਭਏ ਪੁਨ ਤੀਨ ਸੁਤ ਹਰਖਤ ਭਾ ਹੀਰੇ। ਇਸ ਤਰ੍ਹਾਂ ਬਾਬਾ ਤੇਜ ਭਾਣ ਜੀ ਦੇ ਘਰ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਉਹਨਾਂ ਦੇ ਨਾਲ ਔਰ 3 ਸਪੁੱਤਰ ਪੈਦਾ ਹੋਏ। ਖੇਤੀ ਕ੍ਰਿਤ ਕੋ ਸੁਤ ਕਰਹਿ ਤੇਜੋ ਸੁਖ ਪਾਵੈ। ਤੇ ਫਿਰ ਜਦੋਂ ਬੱਚੇ ਵੱਡੇ ਹੋ ਗਏ ਹਨ, ਬਾਬਾ ਤੇਜ ਭਾਣ ਜੀ ਜਦੋਂ ਬਜ਼ੁਰਗ ਹੋ ਗਏ ਤੇ ਉਹਨਾਂ ਦੇ ਬੱਚੇ ਜਿਹੜੇ ਹਨ ਉਹ ਖੇਤੀ ਦਾ ਕੰਮ ਕਰਦੇ ਸਨ। ਬੈਠ ਰਹਿ ਸਿਮਰਹਿ ਪ੍ਰਭੂ ਭਗਤੀ ਚਿਤ ਲਾਵੈ। ਬਾਬਾ ਤੇਜ ਭਾਣ ਜੀ ਨੇ ਜਦੋਂ ਵੇਖਿਆ ਕਿ ਭਾਈ ਬੱਚੇ ਹੁਣ ਕਾਰ ਵਿਹਾਰ ਦੇ ਵਿੱਚ ਲੱਗ ਗਏ, ਇਸ ਕਰਕੇ ਉਹਨਾਂ ਨੇ ਫਿਰ ਸਾਰਾ ਕਾਰੋਬਾਰ ਜਿਹੜਾ ਬੱਚਿਆਂ ਦੇ ਹੱਥ ਵਿੱਚ ਦੇ ਦਿੱਤਾ ਤੇ ਆਪ ਘਰ ਦੇ ਵਿੱਚ ਰਹਿ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਸਨ, ਭਗਤੀ ਕਰਦੇ ਸਨ। ਵਿਆਹ ਕਰੇ ਸਭ ਸੁਤਨ ਕੇ ਪਿਖ ਸਹਿਤ ਸੁਨੁਖਾ। ਸਾਰੇ ਜਿਹੜੇ ਬੱਚੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਨਾਲ 3 ਸਪੁੱਤਰ ਉਹਨਾਂ ਦਾ ਵਿਆਹ ਕਰਨਾ ਕੀਤਾ। ਤੇ ਜਦੋਂ ਬਾਬਾ ਤੇਜ ਭਾਣ ਜੀ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਘਰ ਵਾਲੀਆਂ ਦੇ ਨਾਲ ਜਦੋਂ ਤੱਕਣਾ ਕੀਤਾ, ਬਹੁਤ ਜ਼ਿਆਦਾ ਪ੍ਰਸੰਨ ਹੋਏ। ਉਰਮਹਿ ਅਧਿਕ ਪ੍ਰਮੋਦ ਹੀ ਬੜ ਭਾਗ ਅਦੂਖਾ। ਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹਨ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ ਤੇ ਦੁੱਖਾਂ ਤੋਂ ਰਹਿਤ ਹਨ ਬਾਬਾ ਤੇਜ ਭਾਣ ਜੀ। ਆਪੋ ਆਪਨੇ ਕਾਜ ਮਹਿ ਚਾਰੋਂ ਸੁਤ ਲਾਗੇ। ਜਦੋਂ ਪਿਆਰਿਓ ਚਾਰੇ ਬੱਚਿਆਂ ਦਾ ਵਿਆਹ ਹੋ ਗਿਆ, ਫਿਰ ਪਿਆਰਿਓ ਕਿਉਂਕਿ ਸਿਆਣੇ ਕਹਿੰਦੇ ਨਾ ਪਾਣੀ ਜਿਸ ਤਰ੍ਹਾਂ ਪਹਿਲੇ ਇੱਕ ਪਾਸੇ ਰਹਿ ਕਰਕੇ ਇੱਕ ਕੰਮ ਕਾਜ ਕਾਰ ਵਿਹਾਰ ਕਰਦੇ ਸਨ, ਹੁਣ ਚਾਰੇ ਜਿਹੜੇ ਸਪੁੱਤਰ ਹਨ ਉਹਨਾਂ ਨੇ ਵੱਖ-ਵੱਖ ਖਿੱਤਾ ਕਰਨਾ ਕੀਤਾ। ਕੋਈ ਖੇਤੀ ਦਾ ਕੰਮ ਕਰ ਰਿਹਾ ਸੀ, ਕੋਈ ਵਣਜ ਵਪਾਰ ਦਾ ਕੰਮ ਕਰ ਰਿਹਾ। ਬੀਤ ਗਇਓ ਚਿਰ ਕਾਲ ਹੀ ਪੌਤਰੇ ਪਿਖ ਆਗੇ। ਬਹੁਤ ਜ਼ਿਆਦਾ ਜਦੋਂ ਲੰਬਾ ਸਮਾਂ ਜਦੋਂ ਬਤੀਤ ਹੋਇਆ ਤੇ ਬਾਬਾ ਤੇਜ ਭਾਣ ਜੀ ਨੇ ਆਪਣੇ ਪੋਤਰਿਆਂ ਨੂੰ ਵੇਖਣਾ ਕੀਤਾ ਹੈ। ਅਮਰਦਾਸ ਨਿਜ ਬਾਸ ਮਹਿ ਚਿਰ ਕਾਲ ਬਿਤਾਵਾ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਬਾਸਰ ਕੇ ਨਗਰ ਦੇ ਵਿੱਚ ਹੀ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਨਾ ਕੀਤਾ। ਇੱਕ ਦਿਨ ਹਿਰਦੈ ਵਿਚਾਰਿਓ ਹੋਏ ਬੈਸ ਬਿਹਾਵਾ। ਇੱਕ ਦਿਨ ਬਾਬਾ ਅਮਰਦਾਸ ਜੀ ਮਹਾਰਾਜ, ਕਿਉਂਕਿ ਹੁਣ ਗੁਰੂ ਪਦਵੀ ਦੀ ਪ੍ਰਾਪਤੀ ਨਹੀਂ ਹੋਈ ਹੈ, ਹੁਣ ਸੇਵਕ ਸਿੱਖ ਦੇ ਰੂਪ ਦੇ ਵਿੱਚ ਹਨ, ਉਹਨਾਂ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰਨੀ ਕੀਤੀ। ਦੋਹਰਾ ਕਰਤ ਬਨਜ ਫੇਰੋ ਫਿਰ ਹੈ ਧਰਮ ਸਹਿਤ ਕ੍ਰਿਤ ਠਾਰ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਿਆਰਿਓ ਗੁਰੂ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਕੰਮ ਹੋਇਆ ਕਰਦਾ ਸੀ, ਬਹੁਤ ਵੱਡਾ ਗੱਡਾ ਜਿਹੜਾ ਹੈ ਬੈਲਾਂ ਦਾ ਗੱਡਾ ਜਿਹੜਾ, ਉਹਦੇ ਉੱਤੇ ਸਮਾਨ ਜਿਹੜਾ ਲੱਦ ਕਰਕੇ ਥਾਂ ਥਾਈਂ ਜਾ ਕਰਕੇ ਇਹ ਵਪਾਰ ਕਰਦੇ ਸਨ, ਆਪਣਾ ਮਾਲ ਧਨ ਜਿਹੜਾ ਹੈ ਉਹ ਵੇਚਿਆ ਕਰਦੇ, ਇਸ ਤਰ੍ਹਾਂ ਇਹ ਲਾਭ ਕਮਾਉਂਦੇ। ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਮਨ ਵਿੱਚ ਆਇਆ ਕਿ ਮਨਾ ਕਾਰ ਵਿਹਾਰ ਕਰਦਿਆਂ ਵਣਜ ਵਪਾਰ ਕਰਦਿਆਂ ਤਾਂ ਮੇਰੀ ਜ਼ਿੰਦਗੀ ਬਤੀਤ ਹੋ ਗਈ ਹੈ। ਹੋਏ ਅਦੋਸ਼ ਜਿਮ ਜੀਵ ਕਾ ਨਿਰਬਾਹਤ ਗੁਜ਼ਰਾ। ਤੇ ਮੇਰੀ ਨਿਰਵਾਹ ਵੀ ਜਿਹੜੀ ਹੈ ਅਦੋਸ਼, ਭਾਵ ਕਿ ਇਹਦੇ ਵਿੱਚ ਕੋਈ ਦੋਖ ਨਹੀਂ ਹੈ ਤੇ ਇਹੀ ਮੈਂ ਆਪਣਾ ਗੁਜ਼ਰਾਨ ਕਰਦਾ। ਕਿਉਂਕਿ ਕਈ ਵਾਰੀ ਪਿਆਰਿਓ ਕਈ ਜਿਹੜੇ ਖਿੱਤੇ ਹੁੰਦੇ ਹਨ, ਕਮਾਈ ਦੇ ਸਾਧਨ ਹੁੰਦੇ, ਬੰਦਾ ਤਾਂ ਪਿਆਰਿਓ ਬਹੁਤ ਜ਼ਿਆਦਾ ਉਹਦੇ ਵਿੱਚ ਲਾਭ ਕਮਾਉਂਦਾ, ਲੇਕਿਨ ਉਹ ਉਪਜੀਵਕਾ ਜਿਹੜੀ ਹੈ ਦੋਸ਼ ਦੇ ਸਹਿਤ ਹੁੰਦੀ ਹੈ। ਗਲਤ ਕੰਮ ਕਰਨਾ, ਮਾੜਾ ਕੰਮ ਕਰਨਾ ਤੇ ਉਹਦੇ ਰਾਹੀਂ ਫਿਰ ਆਪਣੀ ਉਪਜੀਵਕਾ ਕਮਾਉਣੀ, ਉਹਨੂੰ ਜਿਹੜਾ ਹੈ ਦੋਸ਼ ਦੇ ਸਹਿਤ ਕ੍ਰਿਤ ਆਪਾਂ ਕਹਿੰਦੇ ਆ। ਸਤਿਗੁਰੂ ਮਹਾਰਾਜ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਜੋ ਮੈਂ ਕੰਮ ਕਰਦਾ ਇਹਦੇ ਵਿੱਚ ਕੋਈ ਦਾਗ ਨਹੀਂ ਹੈ, ਕੋਈ ਦੋਸ਼ ਨਹੀਂ ਹੈ, ਸਿੱਧਾ ਸਿੱਧਾ ਖੁੱਲਾ ਜਿਹਾ ਵਪਾਰ ਹੈ। ਆ ਇਥੋਂ ਸਮਾਨ ਲੈ ਕਰਕੇ ਅਗਲੇ ਨਗਰ ਦੇ ਵਿੱਚ ਵੇਚ ਦੇਣਾ, ਉਹਦੇ ਵਿੱਚ ਜੋ ਵਟਕ ਆ ਜਾਵੇ, ਜੋ ਮੁਨਾਫਾ ਆ ਜਾਵੇ, ਉਹ ਮੈਂ ਛਕਦਾ ਹਾਂ। ਨਿਸ਼ਾਨੀ ਛੰਦ ਕਰਹਿ ਅਭੈ ਸ਼ੁਭ ਕਰਮ ਕੋ ਸੁਖ ਹੋਏ ਪਰਲੋਕ। ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿ ਭਾਈ ਬੇਸ਼ੱਕ ਮੇਰਾ ਕਿਰਤ ਮਾੜਾ ਨਹੀਂ ਹੈ, ਬਹੁਤ ਵਧੀਆ ਮੇਰੀ ਕਿਰਤ ਹੈ, ਲੇਕਿਨ ਇਹਦੇ ਨਾਲ ਨਾਲ ਮੈਨੂੰ ਸ਼ੁਭ ਕਰਮ ਕਰਨੇ ਚਾਹੀਦੇ ਹਨ, ਪਰਮਾਤਮਾ ਦੀ ਭਜਨ ਬੰਦਗੀ ਕਰਨੀ ਚਾਹੀਦੀ ਹੈ, ਕਿਉਂਕਿ ਸਮਾਂ ਵੱਧ ਰਿਹਾ ਹੈ।
ਹੁਣ ਜਵਾਨੀ ਦਾ ਵੇਲਾ, ਜੇ ਜਵਾਨੀ ਦੇ ਵਿੱਚ ਮੈਂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਾਂਗਾ ਤੇ ਫਿਰ ਮਰ ਕਰਕੇ ਮੇਰੀ ਅਧੋਗਤੀ ਹੋ ਜਾਵੇਗੀ। ਨਾਹਿ ਤਾਂ ਰਾਗ ਅਰ ਦ્વੈਸ਼ ਮੈਂ ਹੈ, ਲਹਿ ਹਰਖ ਅਰ ਸ਼ੋਕ। ਜੇ ਮੈਂ ਸੇਵਾ ਸਿਮਰਨ ਨਹੀਂ ਕਰਾਂਗਾ ਤਾਂ ਫਿਰ ਮੈਂ ਰਾਗ ਦ્વੈਸ਼ ਦੇ ਵਿੱਚ, ਹਰਖ ਸ਼ੋਕ ਦੇ ਵਿੱਚ ਹੀ ਮੇਰਾ ਜੀਵਨ ਬਤੀਤ ਹੋ ਜਾਵੇਗਾ। ਦੇ ਦਮਾਮਾ ਆਨ ਜਮ, ਕਛ ਵੈ ਨ ਉਪਾਈ। ਜਦੋਂ ਜਮ ਨੇ ਆ ਕਰਕੇ ਮੌਤ ਦਾ ਦਮਾਮਾ ਜਿਹੜਾ ਹੈ, ਨਗਾਰਾ ਵਜਾਉਣਾ ਹੈ, ਉਸ ਵੇਲੇ ਫਿਰ ਕੁਛ ਵੀ ਨਹੀਂ ਹੋਣਾ ਹੈ ਮੇਰੇ ਤੋਂ। ਪਛਤਾਵਹਿ ਨਿਜ ਸਿਰ ਧੁਨ ਹੈ, ਬੈ ਬਾਦ ਬਿਤਾਈ। ਫਿਰ ਬੰਦਾ ਸਿਰਫ ਹੱਥ ਮਰੋੜੈ, ਤਨ ਕਪੈ ਸਿਆਹ ਹੋਵਾ ਸੇਥ। ਪਛੋਤਾਵਾ ਨਾ ਮਿਲੈ ਜਬ ਰੈਣ ਵਿਹਾਣੀ। ਮਹਾਰਾਜ ਜੀ ਨੇ ਕਿਹਾ ਕਿ ਜਦੋਂ ਉਮਰਾ ਰੂਪੀ ਰਾਤ ਬਤੀਤ ਹੋ ਜਾਵੇਗੀ, ਜਦੋਂ ਅੱਗੇ ਚੱਲਣ ਦਾ ਵੇਲਾ ਆ ਜਾਵੇਗਾ, ਬੰਦਾ ਭਾਵੇਂ ਜਿੰਨਾ ਮਰਜੀ ਪਛਤਾਪ ਕਰਨਾ ਕਰੇ, ਫਿਰ ਪਿਆਰਿਓ ਉਹ ਪਛਤਾਪ ਕੋਈ ਉਹਦਾ ਸਕਾਰਥ ਥੋੜੀ ਹੁੰਦਾ ਹੈ। ਭਾਵ ਕਿ ਸਿਆਣੇ ਕਹਿੰਦੇ ਨਾ ਕਿ ਭਾਈ ਫਿਰ ਜਦੋਂ ਚਿੜੀਆਂ ਨੇ ਆ ਕਰਕੇ ਫਿਰ ਪਛਤਾਏ ਹੋਤ ਕਿਆ, ਜਬ ਚਿੜੀਆ ਚੁਗ ਗਈ ਖੇਤ। ਜਦੋਂ ਭਾਈ ਵੇਲਾ ਸੀ ਨਾ ਸਾਂਭਣ ਦਾ, ਚਿੜੀਆਂ ਨੂੰ ਪੰਛੀਆਂ ਨੂੰ ਉਡਾਉਣ ਦਾ, ਉਸ ਵੇਲੇ ਤਾਂ ਤੂਨੇ ਵੇਲਾ ਨਹੀਂ ਸਾਹਮਣਾ ਕੀਤਾ ਤੇ ਇਹ ਪੰਛੀਆਂ ਨੇ ਆ ਕਰਕੇ ਤੇਰਾ ਸਾਰਾ ਦਾਣਾ ਜਿਹੜਾ ਉਹ ਚੁਗਦੀ ਨੇ ਮਨ ਵਿੱਚ ਵਿਚਾਰ ਕੀਤੀ ਹੈ ਕਿ ਜਦੋਂ ਮੌਤ ਆ ਜਾਵੇਗੀ ਤੇ ਮੈਂ ਫਿਰ ਕੀ ਕੰਮ ਕਰ ਸਕਦਾ ਹਾਂ। ਤੀਰਥ ਕੈ ਤਪਸਾ ਕਰ ਹੈ, ਅਬ ਸਮੂਹ ਹਮਾਰਾ। ਮਨ ਵਿੱਚ ਵਿਚਾਰ ਕਰਦੇ ਹਨ ਕਿ ਭਾਈ ਹੁਣ ਤੀਰਥਾਂ ਤੇ ਜਾਣਾ ਚਾਹੀਦਾ, ਸਰੀਰ ਕਰਕੇ ਮੈਂ ਤਗੜਾ ਰਾਜੀ ਬਾਜੀ ਆ ਤੇ ਤੀਰਥਾਂ ਦਾ ਰਟਨ ਕਰਨਾ ਤੇ ਨਾਲ ਸੇਵਾ ਸਿਮਰਨ ਕਰਨਾ। ਤਰੁਣ ਅਵਸਥਾ ਇਹ ਬਨ ਹੈ, ਬ੍ਰਿਧ ਤਨ ਬਲਹਾਰਾ। ਹੁਣ ਤਾਂ ਜਵਾਨੀ ਦੀ ਅਵਸਥਾ ਹੈ ਤੇ ਇਸ ਵੇਲੇ ਮੈਂ ਤੀਰਥ ਯਾਤਰਾ ਨਹੀਂ ਕਰਾਂਗਾ, ਸੇਵਾ ਸਿਮਰਨ ਨਹੀਂ ਕਰਾਂਗਾ ਤੇ ਫਿਰ ਜਦੋਂ ਬੁਢਾਪਾ ਆ ਜਾਵੇਗਾ ਮੇਰੇ ਤੋਂ ਚੱਲਣਾ ਥੋੜੀ ਹੋਣਾ ਹੈ। ਭਾਵ ਕਿ ਫਿਰ ਮੇਰੇ ਤੋਂ ਸੇਵਾ ਸਿਮਰਨ ਨਹੀਂ ਹੋ ਸਕਦਾ। ਇਤਿਆਦਿਕ ਤਰਕਤ ਹਿਰਦੈ ਪੁਨ ਨਿਸ਼ਚੈ ਕੀਨਾ। ਇਤਿਆਦਿਕ ਪਿਆਰਿਓ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬੈਠ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਇਹ ਵਿਚਾਰਾਂ ਕਰ ਰਹੇ ਸਨ, ਮਨ ਵਿੱਚ ਸੋਚ ਰਹੇ ਸਨ ਕਿ ਭਾਈ ਇਹ ਜਿਹੜਾ ਹੁਣ ਤਰਨ ਅਵਸਥਾ ਜਿਹੜੀ ਹੈ, ਜਵਾਨੀ ਦੀ ਅਵਸਥਾ ਹੈ, ਇਹ ਅਵਸਥਾ ਦੇ ਵਿੱਚ ਮੈਂ ਜੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਾਂਗਾ, ਭਜਨ ਬੰਦਗੀ ਨਹੀਂ ਕਰਾਂਗਾ ਤੇ ਫਿਰ ਜਦੋਂ ਬੁਢਾਪੇ ਦੀ ਅਵਸਥਾ ਆ ਜਾਵੇਗੀ ਤੇ ਹੱਥ ਮਰੋੜੈ, ਤਨ ਕਪੈ ਸਿਆਹ ਹੋਵਾ ਸੇਤ। ਤੇ ਉਸ ਵੇਲੇ ਸਿਆਹ ਤੋਂ ਮੈਨੇ ਸਵੇਤ ਹੋ ਜਾਣਾ ਹੈ। ਉਸ ਵੇਲੇ ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਐ ਭੇਬਿਦ ਭਾਈ ਤਉ ਨਾ ਹਰ ਰਸ ਲੀਨ। ਉਸ ਵੇਲੇ ਪ੍ਰਮਾਤਮਾ ਦਾ ਥੋੜੀ ਮੈਂ ਰਸ ਲੈ ਸਕਦਾ ਹਾਂ। ਭਾਵ ਕਿ ਸੰਸਾਰ ਸਾਗਰ ਤੋਂ ਤਰਨਾ ਹੈ। ਜਿਸ ਤਰ੍ਹਾਂ ਤੁਲਸੀਦਾਸ ਨੇ ਕਿਹਾ ਨਾ ਕਿ ਜੇ ਸੰਸਾਰ ਸਾਗਰ ਤੋਂ ਤਰਨਾ ਤੇ ਪਿਆਰਿਓ ਤਰਨ ਅਵਸਥਾ ਆਹੇ। ਤਰਨ ਦੀ ਅਵਸਥਾ ਜਵਾਨੀ ਦੀ ਅਵਸਥਾ ਹੀ ਹੈ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ ਕਿ ਭਾਈ ਆ ਅਵਸਰ ਹੈ, ਇਹੀ ਬਾਰ ਹੈ। ਜੇ ਇੱਕ ਵਾਰੀ ਆ ਸਮਾਂ ਲੰਘ ਗਿਆ ਫਿਰ ਉਹ ਸਮਾਂ ਜਿਹੜਾ ਫਿਰ ਇਹ ਅਵਸਰ ਚਰੈ ਨਾ ਹਾਥਾ, ਫਿਰ ਇਹ ਅਵਸਰ ਦੁਬਾਰਾ ਮੇਰੇ ਹੱਥ ਵਿੱਚ ਨਹੀਂ ਚੜਨਾ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਨਿਸ਼ਚਾ ਕਰਨਾ ਕੀਤਾ। ਸੇਵਨ ਗੰਗਾ ਕੋ ਕਰ ਹੈ, ਕਲ ਮੈਂ ਅਗ ਛੀਨਾ। ਹੁਣ ਚਾਰ ਕਰਕੇ ਨਿਸ਼ਚਾ ਕਰਨਾ ਕੀਤਾ ਕਿ ਮਨਾ ਚਲੋ, ਸੁਣਿਆ ਹੈ ਕਿ ਭਾਈ ਗੰਗਾ ਜਿਹੜੀ ਹੈ ਇਹ ਮੋਖ ਦਾਇਨੀ ਹੈ। ਕਹਿੰਦੇ ਨਾ ਸ਼ਾਸਤਰਾਂ ਦੇ ਵਿੱਚ ਬਚਨ ਆਉਂਦਾ ਕਿ ਗੰਗੇ ਤਵ ਦਰਸ਼ਨਾਤ ਮੁਕਤੇ, ਕਿ ਇਹ ਗੰਗਾ ਤੇਰੇ ਜਿਹੜਾ ਦਰਸ਼ਨ ਕਰਦਾ ਉਹ ਦਰਸ਼ਨਾਂ ਦੇ ਵਿੱਚ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਬਾਬਾ ਅਮਰਦਾਸ ਜੀ ਦੇ ਮਨ ਵਿੱਚ ਆਇਆ, ਉਹਨਾਂ ਨੇ ਨਿਸ਼ਚਾ ਕਰਨਾ ਕੀਤਾ ਕਿ ਮਨਾ ਕਿਉਂ ਨਾ ਆਪਾਂ ਗੰਗਾ ਦੀ ਯਾਤਰਾ ਕਰਨਾ ਕਰੀਏ। ਇੱਕ ਤਾਂ ਯਾਤਰਾ ਵੀ ਹੋ ਜਾਵੇਗੀ ਤੇ ਚੱਲਦੇ ਚੱਲਦੇ ਸਿਮਰਨ ਕਰਨਾ, ਵਰਤ ਆਦਿਕ ਰੱਖਣਾ ਇਹ ਵੀ ਹੋ ਜਾਵੇਗਾ। ਇਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਮਨ ਵਿੱਚ ਨਿਸ਼ਚਾ ਕਰਨਾ ਕੀਤਾ। ਹੁਣ ਕਿਸ ਤਰ੍ਹਾਂ ਉਦਮ ਕਰਦੇ ਹਨ ਗੰਗਾ ਦੀ ਯਾਤਰਾ, ਤੀਰਥਾਂ ਦੀ ਯਾਤਰਾ ਕਿਸ ਤਰ੍ਹਾਂ ਕਰਦੇ ਸਤਿਗੁਰੂ ਮਹਾਰਾਜ, ਉਹ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਉਹ ਮਹਾਰਾਜ ਜੀ ਦੀ ਭਗਤੀ ਦਾ ਪ੍ਰਸੰਗ ਉਹਨੂੰ ਸਰਵਣ ਕਰਨਾ, ਘਾਲ ਕਮਾਈ ਦਾ ਪ੍ਰਸੰਗ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ।
ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। हे गोबिंद हे गुण निधान जां कै सदा विवेक। हे अपरंपर हर हरे है पी होवन हार। हे संतां कै सदा संग निधारा आधार। हे ठाकुर हों दासरो मैं निर्गुण गुण नहीं कोय। नानक दीजै नाम दान राखों हिया परोए। आए प्रभु शरणागति कृपा निध दयाल। एक अखर हार मन बसत नानक होत निहाल। वाहिगुरु नाम जहाज है चढ़े सो उतरै पार। जो शब है सुनो सो सिंह सुजान। नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। एक ओंकार सतनाम ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी साचा। वाहो वाहो गोबिंद सिंह जी। ਵਾਹੂ ਵਾਹੂ ਗੋਬਿੰਦ ਸਿੰਘ ਜੀ। कलगियां वाले गोबिंद सिंह जी। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। बाजां वाले गोबिंद सिंह जी। ਬਾਜਾਂ ਵਾਲੇ ਗੋਬਿੰਦ ਸਿੰਘ ਜੀ। फौजां वाले गोबिंद सिंह जी। ਫੌਜਾਂ ਵਾਲੇ ਗੋਬਿੰਦ ਸਿੰਘ ਜੀ। जोजी प्यारे गोबिंद सिंह जी। ਜੀ ਪਿਆਰੇ ਗੋਬਿੰਦ ਸਿੰਘ ਜੀ। वाहो वाहो गोबिंद सिंह जी। ਵਾਹੂ ਵਾਹੂ ਗੋਬਿੰਦ ਸਿੰਘ ਜੀ। वाहो वाहो गोबिंद सिंह जी। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ